ਕਾਰਨ ਕਵਨ ਅਬੋਲ ਰਹਾਉ। ਬਹੁਤ ਜਨਮ ਵਿਛੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ। ਜੁਗ ਹੋ ਜੁਗ ਅਟਲ, ਚਬਰ ਛਤਰ ਭਗਤ ਕੇ ਮਾਲਕ ਸਤਿਗੁਰੂ। ਵਾਲੀਏ ਕੋਲੇ ਆਲਮ ਸਰਵਰੇ ਕਾ ਨਾਇਕ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰਦੇਵ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਸਰਬੱਤ ਗੁਰਸਿੱਖ ਸੰਗਤਾਂ ਵਡਭਾਗੀ ਹੋ। ਸਮੂਹ ਸੰਗਤਾਂ ਨੇ ਔਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਮਿਲ ਕੇ ਉਦਮ ਕੀਤਾ ਹੈ। ਭਗਤ ਰਵਿਦਾਸ ਸਾਹਿਬ ਜੀ ਆਪ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਪਾਸ ਸੋਹਣੇ ਸੁੰਦਰ ਦੀਵਾਨ ਸਜਾਏ ਨੇ। ਅੰਮ੍ਰਿਤ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ। ਉਪਰੰਤ ਦਾਸ ਨੂੰ ਹੁਕਮ ਹੋਇਆ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਵਿਚਾਰ ਔਰ ਭਗਤ ਰਵਿਦਾਸ ਸਾਹਿਬ ਜੀ ਦੇ ਜੀਵਨ ਦੇ ਸੰਬੰਧ ਵਿੱਚ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇ। ਸਾਡੇ ਸਮਾਜ ਦੇ ਅੰਦਰ ਜਦੋਂ ਤੋਂ ਧਰਮ ਨੀਤੀ ਪ੍ਰਬਲ ਹੋਈ ਹੈ ਔਰ ਧਰਮ ਨੀਤੀ ਉਹਨਾਂ ਲੋਕਾਂ ਦੇ ਹੱਥ ਵਿੱਚ ਆਈ ਜਿਹੜੇ ਕੱਟੜਪੰਥੀ ਲੋਕ ਸਨ, ਉਹਨਾਂ ਲੋਕਾਂ ਨੇ ਸਮਾਜ ਦਾ ਬਹੁਤਾਤ ਦਾ ਹਿੱਸਾ ਗੁਲਾਮ ਬਣਾ ਕੇ ਰੱਖਿਆ ਹੈ। ਅਕਸਰ ਰਾਜਨੀਤੀ ਜਿਹੜੀ ਹੈ ਉਸ ਦੁਨੀਆ ਦੇ ਅੰਦਰ ਐਸਾ ਹੁੰਦਾ ਸੀ ਕਿ ਲੋਕ ਦੂਜਿਆਂ ਨੂੰ ਗੁਲਾਮ ਬਣਾਉਂਦੇ ਸਨ। ਮਹਾਤਮਾ ਬੁੱਧ ਤੋਂ ਪਹਿਲੋਂ ਤੇ ਮਹਾਰਾਜਾ ਅਸ਼ੋਕ ਤੋਂ ਬਾਅਦ ਵਿੱਚ ਇਸ ਦੇਸ਼ ਦੇ ਅੰਦਰ ਧਰਮ ਨੀਤੀ ਨੇ ਲੋਕਾਂ ਨੂੰ ਗੁਲਾਮ ਬਣਾਇਆ। ਇੱਕ ਗ੍ਰੰਥ ਲਿਖਿਆ ਗਿਆ ਮਨੁ ਸਿਮਰਤੀ।
ਮਨੁ ਸਿਮਰਤੀ ਗ੍ਰੰਥ ਦੇ ਅੰਦਰ 4 ਵਰਨਾਂ ਦੇ ਲੋਕਾਂ ਦੀ ਵੰਡ ਕੀਤੀ ਗਈ। ਇਹ ਖੱਤਰੀ ਹੈ, ਇਹ ਬ੍ਰਾਹਮਣ ਹੈ, ਇਹ ਸ਼ੂਦਰ ਹੈ, ਇਹ ਵੈਸ ਹੈ। ਔਰ ਬੜੀ ਅਚਰਜ ਗੱਲ ਇਹ ਹੈ ਕਿ ਜਿਹੜਾ ਸ਼ੂਦਰ ਸੀ ਉਹਨੂੰ ਪੈਰ ਆਖਿਆ ਗਿਆ ਵੀ ਇਹ ਪੈਰ ਹੈ। ਤਿਰਸਕਾਰ ਇਸ ਕਰਕੇ ਕੀਤਾ ਗਿਆ ਵੀ ਪੈਰ ਜਿਹੜੇ ਨੇ ਇਹ ਮੈਲੇ ਹੁੰਦੇ ਨੇ, ਮਲੀਨ ਹੁੰਦੇ ਨੇ। ਤੋ ਪੈਰਾਂ ਨੂੰ ਮਲੀਨ ਜਾਣ ਕੇ ਉਹਦਾ ਤਿਰਸਕਾਰ ਕੀਤਾ ਗਿਆ। ਪਰ ਤੁਸੀਂ ਕਦੇ ਗਹਿਰਾਈ ਨਾਲ ਵਿਚਾਰੋ, ਜੇ ਪੈਰ ਨਾ ਹੋਵਣ ਤੇ ਸਰੀਰ ਤੁਰ ਨਹੀਂ ਸਕਦਾ। ਪੈਰਾਂ ਤੋਂ ਬਿਨਾਂ ਸਰੀਰ ਤੁਰਦਾ ਨਹੀਂ। ਕਵੀ ਸੰਤੋਖ ਸਿੰਘ ਜੀ ਉਹਨਾਂ ਨੇ ਇੱਕ ਉਦਾਹਰਣ ਦਿੱਤੀ ਔਰ ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਅੰਦਰ ਇਹਦਾ ਜ਼ਿਕਰ ਕਰਦੇ ਨੇ। ਕਹਿੰਦੇ ਜਦੋਂ ਆਪਾਂ ਝਾਤੀ ਮਾਰੀਏ ਨਾ ਤੇ ਦੁਨੀਆ ਵਿੱਚ ਕੋਈ ਵੀ ਮਹਾਂਪੁਰਸ਼ ਹੋਵੇ, ਅਵਤਾਰੀ ਪੁਰਸ਼ ਹੋਵੇ, ਜਾਂ ਸਾਡੇ ਮਾਤਾ ਪਿਤਾ ਹੋਣ, ਸਾਡੇ ਬਜ਼ੁਰਗ ਹੋਣ, ਸਾਡੇ ਤੋਂ ਵੱਡਾ ਹੋਵੇ, ਜਦੋਂ ਸਾਨੂੰ ਮਿਲਦੇ ਨੇ ਅਸੀਂ ਮੱਥਾ ਉਹਦੇ ਪੈਰਾਂ ਤੇ ਟੇਕਦੇ ਹਾਂ, ਉਹਦੇ ਚਰਨਾਂ ਤੇ ਹੀ ਨਮਸਕਾਰ ਕਰਦੇ ਹਾਂ। ਗੁਰੂ ਦੇ ਚਰਨ ਪੂਜੇ ਜਾਂਦੇ ਨੇ, ਭਗਤਾਂ ਦੇ ਚਰਨ ਪੂਜੇ ਜਾਂਦੇ ਨੇ, ਅਵਤਾਰੀ ਪੁਰਸ਼ਾਂ ਦੇ ਚਰਨ ਪੂਜੇ ਜਾਂਦੇ ਨੇ। ਕਿਉਂ ਭਾਈ? ਸਿਰ ਕਿਉਂ ਨਹੀਂ ਪੂਜਿਆ ਗਿਆ? ਬਾਹਾਂ ਕਿਉਂ ਨਹੀਂ ਪੂਜੀਆਂ ਗਈਆਂ? ਮਨੁੱਖ ਦੇ ਚਰਨ ਹੀ ਪੂਜੇ ਗਏ ਜਿੱਥੇ ਵੀ ਪੂਜੇ ਗਏ ਨੇ, ਕਿਉਂਕਿ ਚਰਨ ਸਭ ਤੋਂ ਥੱਲੇ ਰਹਿੰਦੇ ਨੇ। ਔਰ ਇਹੀ ਪੈਰ ਜਿਹੜੇ ਨੇ ਇਹ ਤੁਰਨ ਦੇ ਕੰਮ ਆਉਂਦੇ ਨੇ। ਪੈਰ ਨਾ ਹੋਵਣ ਤੇ ਬੰਦਾ ਕਿਸੇ ਕੰਮ ਦਾ ਨਹੀਂ, ਤੇ ਜੇ ਪੈਰ ਹੋਵਣ ਤੇ ਬੰਦਾ ਚੱਲ ਫਿਰ ਸਕਦਾ ਜੇ। ਤੇ ਚਰਨਾਂ ਦੇ ਉੱਤੇ ਹਮੇਸ਼ਾ ਨਮਸਕਾਰ ਇਸ ਵਾਸਤੇ ਕੀਤੀ ਜਾਂਦੀ, ਉਹ ਸਭ ਤੋਂ ਨੀਵੇਂ ਰਹਿੰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਿਵੈ ਸੋ ਗੌਰਾ ਹੋਏ। ਜਿਹੜਾ ਨਿਵਦਾ ਉਹੀ ਮਹਾਨ ਹੈ, ਉਹੀ ਭਾਰਾ ਹੈ, ਉਹੀ ਵੱਡਾ ਹੈ। ਸਿਰ ਤਲਵਾਇਆ ਬਿਰਖ ਹੈ, ਹੋਏ ਸਹਿਸ ਬਲ ਸੁਫਲ ਫੁਲੰਦਾ। ਭਾਈ ਗੁਰਦਾਸ ਜੀ ਕਹਿੰਦੇ ਕਦੇ ਦਰਖਤ ਵੱਲ ਝਾਤੀ ਮਾਰੋ, ਦਰਖਤ ਉਲਟਾ ਹੁੰਦਾ ਹੈ। ਦਰਖਤ ਦਾ ਜਨਮ ਉਲਟਾ ਹੁੰਦਾ, ਉਹਦੇ ਪੈਰ ਜ਼ਮੀਨ ਵਿੱਚ ਹੁੰਦੇ, ਦਰਖਤ ਦੇ ਜੜ ਹੇਠਾਂ ਹੁੰਦੀ ਹੈ ਨਾ। ਕਹਿੰਦੇ ਉਲਟਾ ਹੋਣ ਕਰਕੇ ਦਰਖਤ ਦੀ ਟੀਸ਼ੀ ਦੇ ਉੱਪਰਲੇ ਪਾਸੇ ਹਜ਼ਾਰਾਂ ਫਲ ਲੱਗ ਜਾਂਦੇ ਨੇ। ਤੋ ਦਰਖਤ ਦੀ ਟੀਸ਼ੀ ਤੇ ਹਜ਼ਾਰਾਂ ਫਲ ਲੱਗੇ ਨੇ, ਜੜ ਨੂੰ ਨਹੀਂ ਲੱਗੇ। ਉਲਟਾ ਰਹਿੰਦਾ, ਨਿਮਰਤਾ ਵਿੱਚ ਰਹਿੰਦਾ, ਤੇ ਤਾਂ ਹੀ ਹਜ਼ਾਰਾਂ ਫਲ ਲੱਗਦੇ ਨੇ। ਜਿਨ੍ਹਾਂ ਨੂੰ ਲੋਕਾਂ ਨੇ ਨੀਵਾਂ ਕਿਹਾ, ਪਰਮਾਤਮਾ ਦੀ ਇਹੋ ਜਿਹੀ ਕਲਾ ਵਰਤੀ, ਉਹਨੇ ਕਰੀਬਨ ਭਗਤ ਵੀ ਉਹਨਾਂ ਜਾਤੀਆਂ ਵਿੱਚ ਪੈਦਾ ਕਰ ਦਿੱਤੇ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਭਗਤ ਰਵਿਦਾਸ ਸਾਹਿਬ ਜੀ, ਭਗਤ ਸਤਨਾ ਜੀ, ਇਹ ਜਿੰਨੇ ਵੀ ਭਗਤ ਹੋਏ ਨੇ, ਅਕਾਲ ਪੁਰਖ ਨੇ ਉਹਨਾਂ ਜਾਤੀਆਂ ਦੇ ਅੰਦਰ ਪੈਦਾ ਕੀਤੇ ਜਿਨ੍ਹਾਂ ਨੂੰ ਲੋਕਾਂ ਨੇ ਨੀਵਾਂ ਆਖਿਆ। ਕਿਉਂਕਿ ਪਰਮੇਸ਼ਰ ਨਹੀਂ ਸੀ ਚਾਹੁੰਦਾ ਕਿ ਜਿਸ ਵਰਨ ਵੰਡ ਨੂੰ ਲੋਕਾਂ ਨੇ ਪੈਦਾ ਕਰਕੇ ਗੁਲਾਮ ਬਣਾ ਲਿਆ ਮਨੁੱਖਾਂ ਨੂੰ, ਤੇ ਉਸ ਵਰਨ ਵੰਡ ਕਰਕੇ ਲੋਕਾਂ ਦਾ ਕਾਣ ਹੋਵੇ। ਮਨੁ ਸਿਮਰਤੀ ਅੰਦਰ ਇਹ ਬਚਨ ਲਿਖਿਆ ਵੀ ਜਿਹੜਾ ਨੀਵਾਂ ਹੈ ਉਹ ਮੰਦਰ ਦੇ ਨੇੜਿਓਂ ਨਹੀਂ ਸੀ ਲੰਘ ਸਕਦਾ, ਉਹਨੂੰ ਨੇੜਿਓਂ ਲੰਘਣ ਨਹੀਂ ਸੀ ਦਿੰਦੇ। ਜਦੋਂ ਤੁਰਿਆ ਕਰਦੇ ਸਨ ਜੀ, ਕਹਿੰਦੇ ਦਰਖਤਾਂ ਦੇ ਪੱਤੇ ਪਿੱਛੇ ਬੰਨ੍ਹ ਕੇ ਤੁਰਨਾ ਪੈਂਦਾ ਸੀ, ਤਾਂ ਕਿ ਉਹਨਾਂ ਦੀ ਧਰਤੀ ਦੇ ਜਿਹੜੇ ਪੈੜ ਨੇ ਨਾ, ਨਿਸ਼ਾਨ ਨੇ, ਉਹ ਵੀ ਜ਼ਮੀਨ ਉੱਤੇ ਨਾ ਪੈਣ। ਜਦੋਂ ਤੁਰਨ ਤੇ ਉਹ ਨਿਸ਼ਾਨ ਨਾਲ ਦੀ ਨਾਲ ਮਿਟਦੇ ਰਹਿਣ। ਅੱਜ ਵੇਖੋ ਦੁਨੀਆ ਦੇ ਅੰਦਰ ਉਹਨਾਂ ਭਗਤਾਂ ਦੇ ਚਰਨਾਂ ਤੇ ਸਾਰੇ ਲੋਕ ਸੀਸ ਨਿਵਾਉਂਦੇ ਨੇ ਜਿਨ੍ਹਾਂ ਦੀਆਂ ਪੈੜਾਂ ਨੂੰ ਵੀ ਲੋਕ ਮਿਟਾਉਣਾ ਚਾਹੁੰਦੇ ਸਨ। ਪਰਮੇਸ਼ਰ ਨੇ ਕਲਾ ਕੈਸੀ ਵਰਤਾ ਦਿੱਤੀ ਜੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਨੀਚ ਜਾਤ ਹਰ ਜਪਤਿਆਂ ਊਤਮ ਪਦਵੀ ਪਾਏ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੈ ਹਾਰ, ਬਲਿਹਾਰੀ ਇਸ ਜਾਤ ਕੋ ਜਿਨ ਜਪਿਓ ਸਿਰਜਣਹਾਰ। ਮੈਂ ਬਲਿਹਾਰ ਜਾਵਾਂ ਇਸ ਜਾਤ ਤੋਂ ਜਿਹਨੇ ਉਸ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਹੈ। ਬੜੀਆਂ ਬੜੀਆਂ ਉੱਚ ਪ੍ਰਜਾਤੀਆਂ ਜਾਤੀਆਂ ਨੇ, ਉਹਨਾਂ ਵਿੱਚ ਐਸੇ ਭਗਤ ਨਹੀਂ ਹੋਏ, ਉੱਚ ਕੋਟੀ ਦੇ ਮਹਾਂਪੁਰਸ਼ ਨਹੀਂ ਹੋਏ ਜੈਸੇ ਮਹਾਂਪੁਰਸ਼ ਇਹਨਾਂ ਜਾਤੀਆਂ ਦੇ ਵਿੱਚ ਪ੍ਰਗਟ ਹੋ ਗਏ ਨੇ। ਪਰਮਾਤਮਾ ਨੇ ਵਖਰੇਵਾਂ ਮਿਟਾਉਣਾ ਸੀ,
तो दास ही अर्ज कर रहा सी कि धर्म नीति ने भी लोगों को गुलाम बनाया। तुसी जे मनु सिमरती की गल पढ़ो ना साध संगत जी, ਉਹਦੇ ਵਿੱਚ दो पक्ष ने, एक इस्त्री जाति ਨੂੰ ਨੀਵਾਂ दिखाना, एक समाज ਦੇ ਵਿੱਚ ਜਿਨ੍ਹਾਂ ਨੂੰ ਸ਼ੂਦਰ ਆਖਿਆ ਉਹਨਾਂ ਨੂੰ ਨੀਵਾਂ ਦਿਖਾਉਣਾ ਵੀ ਇਹਨਾਂ ਨੂੰ ਨੀਵਾਂ ਹਮੇਸ਼ਾ ਦਬ ਕੇ ਰੱਖੋ। ਭਗਤ ਰਵਿਦਾਸ ਸਾਹਿਬ ਜੀ ਦਾ ਜਨਮ 1471 ਬਿਕਰਮੀ ਨੂੰ ਹਾੜ ਦੇ ਮਹੀਨੇ ਦੇ ਵਿੱਚ ਬਨਾਰਸ ਦੀ ਧਰਤੀ ਤੇ ਕਾਂਸੀ ਤੋਂ ਕੁਝ ਦੂਰ ਇੱਕ ਬਸਤੀ ਵਿੱਚ ਹੋਇਆ। ਪਿਤਾ ਦਾ ਨਾਮ ਸੀ ਸੰਤੋਖ ਦਾਸ, ਜਿਨ੍ਹਾਂ ਨੂੰ ਰਘੂ ਵੀ ਕਈ ਥਾਵਾਂ ਤੇ ਇਤਿਹਾਸ ਵਿੱਚ ਲਿਖਿਆ। ਮਾਤਾ ਧੁਰ ਬਿਨੀਆ। ਕਹਿੰਦੇ ਇਹ ਜੋੜਾ ਜਦੋਂ ਵਿਆਹਿਆ ਗਿਆ ਨਾ, ਭਾਈ ਸੰਤੋਖ ਦਾਸ ਤੇ ਮਾਤਾ ਧੁਰ ਬਿਨੀਆ, ਇਹਨਾਂ ਨੇ ਬੜੀ ਬੰਦਗੀ ਕੀਤੀ। ਮੈਂ ਇੱਕ ਵਿਦਵਾਨ ਦੇ ਬਚਨ ਪੜ੍ਹ ਰਿਹਾ ਸੀ, ਗਿਆਨੀ ਬ੍ਰਹਟ ਸਿੰਘ ਆਨੰਦ, ਪੁਰਾਣੇ ਵਿਦਵਾਨ ਹੋਏ ਨੇ। ਉਹ ਲਿਖਦੇ ਨੇ ਵੀ ਇਸ ਜੋੜੇ ਨੇ ਇੰਨੀ ਭਗਤੀ ਕੀਤੀ, ਇੰਨੀ ਬੰਦਗੀ ਕੀਤੀ, ਅਰਦਾਸ ਕਰਦੇ ਨੇ ਵਾਹਿਗੁਰੂ ਸਾਡੇ ਘਰ ਦੇ ਵਿੱਚ ਇਹੋ ਜਿਹਾ ਕੋਈ ਪੁੱਤਰ ਦੇਵੀਂ ਜਿਹੜਾ ਭਗਤੀ ਤੇ ਬੰਦਗੀ ਕਰਨ ਵਾਲਾ ਹੋਵੇ, ਨਾਮ ਜਪਣ ਵਾਲਾ ਹੋਵੇ। ਔਰ ਅਕਾਲ ਪੁਰਖ ਐਸੇ ਪ੍ਰਸੰਨ ਹੋਏ, ਉਹਨਾਂ ਨੇ ਰਹਿਮਤਾਂ ਕੀਤੀਆਂ। ਇਸ ਘਰ ਦੇ ਅੰਦਰ ਉਹਨਾਂ ਨੇ ਇੱਕ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ। ਕਹਿੰਦੇ ਪੰਡਤ ਜੀ ਨੂੰ ਸੱਦਿਆ, ਆਖਦੇ ਵੀ ਨਾਂ ਰੱਖ ਦਿਓ ਬੱਚੇ ਦਾ। ਉਦੋਂ ਜਨਮ ਪੱਤਰੀ ਬਣਾਉਂਦੇ ਹੁੰਦੇ ਸਨ। ਉਹ ਆਏ ਘਰ ਦੇ ਵਿੱਚ, ਜਦੋਂ ਭਗਤ ਰਵਿਦਾਸ ਜੀ ਦੇ ਦਰਸ਼ਨ ਕੀਤੇ ਨਾ, ਦਰਸ਼ਨ ਕਰਦਿਆਂ ਮਨ ਖੇੜੇ ਵਿੱਚ ਆ ਗਿਆ। ਭਗਤ ਹੁੰਦਾ ਹੀ ਐਸਾ ਜਿਹਦੇ ਦੀਦਾਰ ਕਰਦਿਆਂ ਮਨ ਖੁਸ਼ ਹੋ ਜਾਵੇ। ਭਗਤ ਜੀ ਦੇ ਜਦੋਂ ਦਰਸ਼ਨ ਕੀਤੇ ਮਨ ਖਿੜ ਗਿਆ, ਤੇ ਜਦੋਂ ਕਹਿੰਦੇ ਆਪਣੇ ਜੋ ਵੀ ਉਹਨਾਂ ਦੇ ਲਗਨ ਸਗਨ ਉਹ ਇਕੱਠੇ ਕਰਕੇ ਵੇਖਣ ਲੱਗੇ, ਆਖਣ ਲੱਗੇ ਸੰਤੋਖ ਦਾਸ ਜੀ ਤੁਹਾਡੇ ਤਾਂ ਕਰਮ ਬੜੇ ਚੰਗੇ ਨੇ। ਤੁਹਾਡੇ ਘਰ ਵਿੱਚ ਜਿਹੜਾ ਪੁੱਤਰ ਪੈਦਾ ਹੋਇਆ ਨਾ, ਇਹ ਕੋਈ ਆਮ ਮਨੁੱਖ ਨਹੀਂ, ਇਹ ਕੋਈ ਰੱਬ ਦਾ ਪਿਆਰਾ ਲੱਗਦਾ ਜਿਹੜਾ ਦੁਨੀਆ ਦੇ ਵਿੱਚ ਤੁਹਾਡੇ ਨਾਮ ਨੂੰ ਵੀ ਚਾਰ ਚੰਨ ਲਾ ਦੇਵੇਗਾ। ਆਖਦੇ ਫਿਰ ਇਹਦਾ ਨਾਮ ਰੱਖੋ। ਕਹਿੰਦੇ ਜੀ ਇਹਦਾ ਨਾਮ ਮੈਂ ਨਾ ਰਵਿਦਾਸ ਰੱਖਾਂਗਾ। ਰੱਬ ਸੂਰਜ ਨੂੰ ਕਹਿੰਦੇ ਨੇ, ਸੂਰਜ ਨੂੰ। ਜੈਸੇ ਆਕਾਸ਼ ਅੰਦਰ ਸੂਰਜ ਆਪਣੇ ਪ੍ਰਕਾਸ਼ ਨੂੰ ਪ੍ਰਗਟ ਕਰਦਾ ਹੈ, ਇੱਕ ਦਿਨ ਐਸਾ ਆਵੇਗਾ ਜਦੋਂ ਇਹਦਾ ਤੇਜ ਪ੍ਰਤਾਪ ਵੀ ਸਾਰੀ ਦੁਨੀਆ ਦੇ ਅੰਦਰ ਸੂਰਜ ਦੇ ਵਾਂਗੂ ਚਮਕੇਗਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ। ਕਹਿੰਦੇ ਚਾਰ ਚੱਕਾਂ ਦੇ ਵਿੱਚ ਭਗਤ ਰਵਿਦਾਸ ਸਾਹਿਬ ਜੀ ਨੂੰ ਲੋਕ ਭਗਤ ਕਹਿਣ ਲੱਗੇ, ਹੱਥ ਜੋੜ ਕੇ ਸਜਦਾ ਕਰਨ ਲੱਗੇ, ਨਮਸਕਾਰਾਂ ਕਰਨ ਲੱਗੇ। ਐਸੀ ਅਕਾਲ ਪੁਰਖ ਦੀ ਰਹਿਮਤ ਹੋਈ ਜੀ। ਕਹਿੰਦੇ ਭਗਤ ਰਵਿਦਾਸ ਸਾਹਿਬ ਜੀ ਦੀ ਸ਼ੋਭਾ ਬਚਪਨ ਵਿੱਚ ਹੀ ਹੋਣ ਲੱਗ ਪਈ। ਉਹਨਾਂ ਦਾ ਸੁਭਾਅ ਜਿਹੜਾ ਸੀ ਉਹ ਬਚਪਨ ਵਿੱਚ ਹੀ ਉਦਾਸੀ ਵਾਲਾ ਤੇ ਭਗਤੀ ਬੰਦਗੀ ਵਾਲਾ ਸੀਗਾ। ਭਗਤ ਦੀ ਜਿਹੜੀ ਯਾਤਰਾ ਹੁੰਦੀ ਹੈ ਨਾ, ਜਦੋਂ ਆਪਾਂ ਭਗਤ ਰਵਿਦਾਸ ਜੀ ਦੀ ਬਾਣੀ ਪੜ੍ਹਦੇ ਹਾਂ, ਤੁਹਾਨੂੰ ਬੜੀ ਨਿਮਰਤਾ, ਬੜਾ ਪਿਆਰ, ਬੜੀ ਕੋਮਲਤਾ, ਬੜਾ ਵੈਰਾਗ ਉਹਨਾਂ ਦੀ ਬਾਣੀ ਵਿੱਚੋਂ ਮਿਲਦਾ ਹੈ। ਭਗਤ ਰਵਿਦਾਸ ਸਾਹਿਬ ਜੀ ਦਾ ਇੱਕ ਸ਼ਬਦ ਅਕਸਰ ਆਪਾਂ ਸੁਣਦੇ ਹਾਂ, ਬਹੁਤ ਜਨਮ ਵਿਛੁਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਜਗਤ ਦੇ ਵਿੱਚ ਦੋ ਤਰ੍ਹਾਂ ਦੇ ਪੁਰਸ਼ ਆਉਂਦੇ ਨੇ ਜੀ, ਇੱਕ ਅਵਤਾਰੀ ਪੁਰਸ਼, ਇੱਕ ਭਗਤ। ਦੋਨਾਂ ਦਾ ਮਾਨਸਿਕ ਤਲ ਇੱਕੋ ਜਿਹਾ ਹੁੰਦਾ ਹੈ। ਮਾਨਸਿਕ ਤਲ ਦੇ ਅੰਦਰ ਦੀ ਅਵਸਥਾ ਵਿੱਚ ਫਰਕ ਕੋਈ ਨਹੀਂ ਹੁੰਦਾ। ਮੁਕਤ ਦੋਨੇ ਨੇ, ਭਗਤ ਵੀ ਮੁਕਤ ਹੈ, ਅਵਤਾਰ ਵੀ ਮੁਕਤ ਹੈ। ਫਰਕ ਇੰਨਾ ਕਹਿ ਕਿ ਇੱਕ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਇੱਕ ਜਗਤ ਵਿੱਚ ਪਰਉਪਕਾਰੀ ਬਣ ਕੇ ਆਉਂਦੇ ਨੇ ਜੋ ਜਨਮ ਤੇ ਮਰਨ ਤੋਂ ਰਹਿਤ ਨੇ। ਆਪ ਮੁਕਤ ਅਵਰਹਿ ਮੁਕਤ ਕਰਾਵੇ। ਆਪ ਮੁਕਤ ਨੇ, ਦੂਜਿਆਂ ਨੂੰ ਮੁਕਤ ਕਰਨ ਦੀ ਲਾਲਸਾ ਉਹਨਾਂ ਦੇ ਹਿਰਦੇ ਵਿੱਚ ਆਉਂਦੀ ਹੈ। ਪਰ ਇੱਕ ਭਗਤ ਉਹ ਹੁੰਦਾ ਹੈ ਜਿਹੜਾ ਸਾਧਨਾ ਕਰ ਕਰਕੇ, ਬੰਦਗੀ ਕਰ ਕਰਕੇ ਮੁਕਤੀ ਦੇ ਮੰਜ਼ਿਲ ਦੇ ਉੱਤੇ ਜਾ ਕੇ ਪਹੁੰਚਦਾ ਹੈ। ਭਗਤ ਉਸ ਨੂੰ ਕਹਿੰਦੇ ਜਿਹੜਾ ਸਾਧਨਾ ਕਰਦਾ, ਭਗਤੀ ਕਰਦਾ, ਬੰਦਗੀ ਕਰਦਾ, ਬੰਦਗੀ ਕਰਦਾ ਕਰਦਾ ਆਪਣੀ ਮੰਜ਼ਿਲ ਤੇ ਜਾ ਪਹੁੰਚਦਾ ਹੈ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ, ਵਾਹਿਗੁਰੂ ਮੈਂ ਕਈ ਜਨਮਾਂ ਤੋਂ ਤੁਹਾਡੇ ਨਾਲ ਵਿਛੜਿਆ ਹੋਇਆ। ਇਹਦਾ ਮਤਲਬ ਇਹ ਨਹੀਂ ਵੀ ਮੈਂ ਭਗਤੀ ਨਹੀਂ ਕੀਤੀ ਤੇਰੀ, ਬੜੀ ਭਗਤੀ ਕੀਤੀ ਸੀ। ਫਰਕ ਇੰਨਾ ਸੀ ਕਿ ਉਦੋਂ
मेरा लक्ष्य तू नहीं सी। मैं भगती करदा सी, मेरा लक्ष्य तू नहीं सी। पर इस जन्म विच भी मैं भगती कर रहा, पर मेरा लक्ष्य तू है। मैनू बार बार जन्म तां लैना पिया। भगत मुक्त हुंदे ने गुरमुखो, पर वो अपना अनुभव हमेशा संसार नाल साझा करते हैं लोगों को सही रस्ते पाउण वास्ते। भगत जी कहते कई जन्मां तो विछड़िया सी, पर इस जन्म दे विच मेरे जन्म का लक्ष्य, मेरे जन्म का टीचा तू है। मैं केवल तेरे विच अभेद होना चाहुंदा, तेरे विच समाना चाहुंदा, अपना जन्म सफला करना चाहुंदा। बहुत जन्म बिछुरे थे माधो, इहो जन्म तुम्हारे लेखे। कई जन्मां तो विछड़िया सी, पर आपां ये जन्म तुहाडे लेखे ला दिता। आपां भी चलो सारे जाने धार्मिक कर्म करते हैं। मैं भगत जी का नाले जीवन साझा करांगा जी, नाले उन्हां दे सिद्धांत नूं आपां नाल दी नाल विचारते जावांगे, क्योंकि साखी जिहड़ी है ना, वो केवल ये नहीं भी कंन रस हुंदा भी साखी बड़ी सोहनी है भगत जी की, नहीं। उन्हां दे जीवन की एक एक जिहड़ी घटना है, ਉਹਦੇ ਪਿੱਛੇ कोई ना कोई सिद्धांत जरूर छुपिया होया। भगत जी के एक एक जीवन के इतिहासक पक्ष दे विच उन्हां दी विचारधारा लुकी हुई है। भगत केवल कौतक नहीं करता, करदा वो है जिहदे नाल समाज नूं सेध प्राप्त होवे। भगत जी कहंदे वाहिगुरू मैं विछड़िया तेरे नाल, भगती करदा सी पर लक्ष्य तू नहीं सी। आपां भी सारे जाने गुरुद्वारा साहब आउंदे आ, बाणी पढ़ते हैं, नितनेम करते हैं, हर बंदा अपने तरीके नाल साधना करता है, पर साडा लक्ष्य रब नहीं होंदा। मैं कई बारी सोचदा कि वाकई ही साडा लक्ष्य रब है। जदों असीं नितनेम करते हैं, कोई साधना करते हैं, कई मनुख जिहड़े ने वो बिना लक्ष्य तो तुरे जा रहे हैं। लक्ष्य कोई नहीं, पर तुर रहे हैं। कईयां दा लक्ष्य है भी मैं सुखी वसां, साडा बाणी पढ़न का मकसद हुंदा भी मैं सुखी रहा। कईयां दा मकसद है मैनू माया मिल जाए, कईयां दा मकसद है मेरे दुनिया के काम रास हो जावन। असीं इस भावना दे नाल तुरे जा रहे हैं, ते नाल दी नाल अपनी जिन्नी क साधना साडी बनदी असीं वो करदे भी जा रहे हैं, पर अजे असीं निशाना नहीं चुनिया। माता पिता वेखो बच्चे नूं पहलां जन्मदे ने, फिर पालदे ने, फिर बच्चे का निशाना बनाउंदे तूं डॉक्टर बनना है, इंजीनियर बनना है, लॉयर बनना है, या कोई बिजनेसमैन बनना है, कोई व्यापार करना है, कोई नौकरी करनी है। लक्ष्य तो हुंदा ही है ना हर किसी का भी मेरे बच्चे कुछ ना कुछ दुनिया में जीवन में कुछ करन, पर धार्मिक पक्ष दे विच साडा कोई लक्ष्य नहीं हुंदा। सानू पता नहीं भी असीं जाना कित्थे है, पर भगतां नूं पता है। जैसे कबीर जी भी कहते पूर्व जन्म हम तुमरे सेवक, अब तो मिटिया ना जाए। मैं पिछले जन्म दे विच भी तेरा सेवक सी, इस जन्म विच भी तेरा सेवक हाँ, पर हुण तेरी भगती वाले पासियों नहीं मिटिया जाता, हुण तेरी भगती नहीं छड्ड सकदा। भगत रविदास जी कहते कई जन्म बतीत करके आया, पर वाहिगुरू इस जन्म का लक्ष्य केवल तू है। मैं बार बार जन्मना ते मरना नहीं चाहुंदा, बस चाहुंदा हाँ कि मेरा जीवन जिहड़ा तेरे घर तक पहुँच के सफला हो जाए। बहुत जन्म बिछुरे थे माधो, इहो जन्म तुम्हारे लेखे। कह रविदास आस लग जीवो, चिर भयो दर्शन देखे। बड़ा समा हो गया तुहाडे दर्शन कीतियां, बस हुण मैं इस आस दे विच जीव रहा, मैनूं तुहाडे दीदार मिल जाण। भगत रविदास साहब जी उन्हां दा जन्म होया, उन्होंने पढ़न वास्ते पाया गया। इतिहास में जिक्र आउंदा जदों भगत जी पढ़न वास्ते गए न, पंडित जी ने पढ़ाना शुरू किया, भगत जी बोले नहीं अगों। पढ़ाया तो उन्होंने जाता जिहड़ा अनपढ़ होवे, जिहड़ा पहला ही पढ़िया आवे तो उन्होंने की पढ़ाया जाए। भगत जी नूं जदों पढ़ाउण वास्ते बिठाया गया तो अगों जवाब कोई नहीं दिता, उन्होंने चुप करके बैठे रहे। किसी ने ना ताना मारिया, विचों बोल मारिया, आखदे ने पहली गल तां धर्म दे विच इन्हां नूं धर्म शास्त्र पढ़न की आग्या नहीं, पर जे इनू असीं दुनियावी विद्या पढ़ाना चाहुंदे आ तो इहदे भागां विच कोई नहीं, भी ये बोलदा ही नहीं, जवाब ही नहीं देंदा। भगत जी बोल उठे, पढ़िए गुणिए नाम सब सुनिए,
ਅਨਭਉ ਭਾਉ ਨ ਦਰਸੈ। ਇਹ ਸ਼ਬਦ ਭਗਤ ਰਵਿਦਾਸ ਜੀ ਦਾ ਰਾਗ ਰਾਮਕਲੀ ਅੰਦਰ ਹੈ ਔਰ ਉਹ ਪਹਿਲਾ ਸ਼ਬਦ ਜਿਹੜਾ ਭਗਤ ਜੀ ਨੇ ਉਚਾਰਿਆ। ਕਹਿੰਦੇ ਨੇ ਪੜ੍ਹੀਦਾ ਹੈ, ਸੁਣੀਦਾ, ਵਿਚਾਰੀਦਾ ਹੈ, ਕੁਛ ਨਹੀਂ ਮਿਲਦਾ ਜਿੰਨੀ ਦੇਰ ਤੱਕ ਆਪਣੇ ਸਰੂਪ ਦਾ ਅਨੁਭਵ ਨਹੀਂ ਹੁੰਦਾ, ਆਪਣੇ ਆਪ ਦੀ ਪਰਖ ਨਹੀਂ ਹੁੰਦੀ, ਆਪਣੇ ਆਤਮਾ ਦਾ ਸਰੂਪ ਦਿਖਾਈ ਨਹੀਂ ਦਿੰਦਾ। ਇਹ ਪੜ੍ਹਿਆ ਸੁਣਿਆ ਕਿਸ ਕੰਮ ਦਾ ਹੈ, ਕਿਸੇ ਲੇਖੇ ਨਹੀਂ ਪੈਂਦਾ। ਦੇਵ ਸੰਸੈ ਗਾਂਠ ਨਾ ਛੂਟੈ। ਅੰਦਰ ਦੀ ਜਿਹੜੀ ਸ਼ੰਕੇ ਦੀ ਗੰਢ ਹੈ ਨਾ, ਇਹ ਨਹੀਂ ਖੁੱਲ੍ਹਦੀ। ਜਿੰਨਾ ਮਰਜ਼ੀ ਪੜ੍ਹੀ ਜਾਓ। ਕਬੀਰ ਜੀ ਵੀ ਕਹਿੰਦੇ ਨੇ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਪੜ੍ਹਨ ਸੁਣਨ ਨਾਲ ਕੀ ਹੈ ਜੇ ਤੈਨੂੰ ਅੰਦਰੋਂ ਗਿਆਨ ਹੀ ਨਹੀਂ ਪ੍ਰਾਪਤ ਹੋਇਆ। ਧਰਮ ਸ਼ਾਸਤਰ ਪੜ੍ਹਨੇ ਚਾਹੀਦੇ ਨੇ। ਭਗਤ ਜੀ ਆਪ ਕਹਿੰਦੇ ਨੇ ਗਿਆਨ ਹੈ ਕਾਰਨ ਕਰਮ ਅਭਿਆਸ। ਇਹ ਪੜ੍ਹਨਾ ਵੀ ਕਰਮਾਂ ਦੇ ਵਿੱਚ ਆਉਂਦਾ। ਆਪਾਂ ਬਾਹਰੋਂ ਜਿੰਨੇ ਵੀ ਕਰਮ ਕਰਦੇ ਹਾਂ ਗਿਆਨ ਦੀ ਪ੍ਰਾਪਤੀ ਕਰਕੇ ਕਰਦੇ ਹਾਂ। ਭਗਤ ਜੀ ਕਹਿੰਦੇ ਗਿਆਨ ਵਾਸਤੇ ਕਰਮ ਕਰਨਾ ਪੈਂਦਾ, ਪਰ ਕਹਿੰਦੇ ਗਿਆਨ ਭਇਆ ਤੋਂ ਕਰਮ ਹੈ ਨਾਸ। ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਏ ਉਦੋਂ ਕਰਮ ਨਾਸ਼ ਹੋ ਜਾਂਦੇ ਨੇ, ਉਦੋਂ ਲੋੜ ਨਹੀਂ ਪੈਂਦੀ। ਜੈਸੇ ਅੰਧਿਆਰੇ ਦੀਪਕ ਚਹੀ ਹੈ, ਇੱਕ ਬਸਤ ਅਗੋਚਰ ਲਹੀ ਹੈ, ਬਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਹਨੇਰੇ ਵਿੱਚ ਦੀਵੇ ਦੀ ਲੋੜ ਪੈਂਦੀ ਹੈ, ਤੇ ਜਦੋਂ ਵਸਤੂ ਮਿਲ ਜਾਵੇ ਤੇ ਫਿਰ ਉਹ ਦੀਵਾ ਕਿੱਥੇ ਜਾਂਦਾ ਜੀ? ਜਿਸ ਦੀਵੇ ਦੇ ਪ੍ਰਕਾਸ਼ ਅੰਦਰ ਆਤਮਾ ਦੀ ਵਸਤੂ ਲੱਭੀ, ਉਹ ਹਿਰਦੇ ਵਿੱਚ ਹੀ ਸਮਾ ਗਿਆ, ਉੱਥੇ ਹੀ ਅਭੇਦ ਹੋ ਗਿਆ। ਹੁਣ ਜਦੋਂ ਬ੍ਰਹਮ ਪਰਮਾਤਮਾ ਅੰਦਰ ਪ੍ਰਗਟ ਹੋ ਗਿਆ, ਹੁਣ ਦੀਵਾ ਬਾਲ ਕੇ ਕੁਝ ਲੱਭਣ ਦੀ ਲੋੜ ਨਹੀਂ, ਕਿਉਂਕਿ ਜਿਹਨੂੰ ਲੱਭਣਾ ਸੀ ਉਹਨੂੰ ਗਿਆਨ ਦਾ ਦੀਵਾ ਬਾਲ ਕੇ ਲੱਭ ਲਿਆ। ਹੁਣ ਦੀਵੇ ਦੀ ਲੋੜ ਨਹੀਂ, ਹੁਣ ਤਾਂ ਸੂਰਜ ਮਿਲ ਗਿਆ। ਜਦੋਂ ਸੂਰਜ ਮਿਲ ਜਾਏ ਤੇ ਫਿਰ ਦੀਵੇ ਦੀ ਕੀ ਲੋੜ ਹੈ? ਭਗਤ ਜੀ ਕਹਿੰਦੇ ਹਨ ਭਾਵੇਂ ਪੜ੍ਹਦੇ ਹਾਂ, ਵਿਚਾਰਦੇ ਹਾਂ, ਮਨੁੱਖ ਨੂੰ ਅੰਦਰੋਂ ਆਪਣੀ ਆਤਮਾ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ। ਤੇ ਆਖਦੇ ਪੰਡਤ ਜੀ ਦੇਵ ਸੰਸੈ ਗਾਂਠ ਨਾ ਛੂਟੈ। ਅੰਦਰ ਜਿਹੜੀ ਸ਼ੰਕੇ ਦੀ ਗੰਢ ਹੈ, ਜੇ ਇਹ ਨਹੀਂ ਨਾ ਖੁੱਲ੍ਹਦੀ ਤੇ ਤੁਹਾਡੇ ਪੜ੍ਹਨ ਦਾ ਕੋਈ ਫਾਇਦਾ ਨਹੀਂ, ਤੁਹਾਡੇ ਪੜ੍ਹਨ ਦਾ ਕੋਈ ਲਾਭ ਨਹੀਂ। ਕਹਿੰਦੇ ਜੀ ਪੰਡਤ ਦਾ ਸੀਸ ਝੁਕ ਗਿਆ ਭਗਤ ਜੀ ਦੇ ਅੱਗੇ। ਆਖਦਾ ਹੈ ਰਵਿਦਾਸ ਜੀ ਬੜੇ ਬਾਲਕ ਆਏ, ਪਰ ਤੁਹਾਡੇ ਵਰਗਾ ਸਾਡੇ ਕੋਲ ਨਹੀਂ ਆਇਆ ਕੋਈ। ਬੜੇ ਬੱਚੇ ਪੜ੍ਹਨ ਵਾਸਤੇ ਆਏ, ਆਪ ਪੰਡਤ ਜੀ ਬਾਂਹ ਫੜ ਕੇ ਲੈ ਕੇ ਆਏ। ਆਖਦੇ ਸੰਤੋਖ ਦਾਸ ਜੀ ਇਸ ਬੱਚੇ ਨੂੰ ਅਸੀਂ ਨਹੀਂ ਪੜ੍ਹਾ ਸਕਦੇ। ਕਹਿੰਦੇ ਜੀ ਕੀ ਹੋਇਆ? ਕਹਿੰਦੇ ਇਹ ਤਾਂ ਪੜ੍ਹਿਆ ਹੈ, ਪੜ੍ਹੇ ਨੂੰ ਪੜ੍ਹਾਉਣ ਦੀ ਲੋੜ ਨਹੀਂ ਪੈਂਦੀ, ਇਹਦੇ ਕੋਲੋਂ ਪੜ੍ਹ ਜ਼ਰੂਰ ਲਿਓ, ਇਹ ਤੁਹਾਨੂੰ ਕੁਝ ਸਿਖਾ ਦੇਗਾ। ਇਹ ਜਗਤ ਨੂੰ ਕੁਝ ਸਿਖਾਉਣ ਆਇਆ, ਇਹ ਸਿੱਖਣ ਵਾਸਤੇ ਨਹੀਂ ਆਇਆ। ਭਗਤ ਰਵਿਦਾਸ ਸਾਹਿਬ ਜੀ ਉਦਾਸ ਰਹਿੰਦੇ ਸਨ। ਉਦਾਸ ਦਾ ਭਾਵ ਇਹ ਹੁੰਦਾ ਵੀ ਸੰਸਾਰ ਦੇ ਕਾਰ ਵਿਹਾਰ ਪਦਾਰਥਾਂ ਤੋਂ ਮਨ ਉਹਨਾਂ ਦਾ ਉਦਾਸ ਰਹਿੰਦਾ ਸੀਗਾ। ਔਰ ਇਸ ਉਦਾਸੀ ਦੇ ਅੰਦਰ ਆਨੰਦ ਹੁੰਦਾ। ਜਦੋਂ ਸਾਨੂੰ ਕੋਈ ਵਸਤੂ ਨਾ ਮਿਲੇ ਜਾਂ ਸਾਡੇ ਕੋਲੋਂ ਕੋਈ ਵਸਤੂ ਖੋਈ ਜਾਏ, ਸਾਡੇ ਅੰਦਰ ਉਦਾਸੀ ਪੈਦਾ ਹੋ ਜਾਂਦੀ ਹੈ। ਉਹ ਉਦਾਸੀ ਮਨੁੱਖ ਦੇ ਚਿਹਰੇ ਦੇ ਉੱਪਰ ਛਾ ਜਾਂਦੀ ਹੈ, ਪਤਾ ਲੱਗ ਜਾਂਦਾ ਵੀ ਬੰਦਾ ਕੁਮਲਾਇਆ ਹੋਇਆ, ਵੀ ਇਹ ਅੰਦਰੋਂ ਚਿੰਤਾਗ੍ਰਸਤ ਹੈ। ਪਰ ਜਿਹੜੀ ਉਦਾਸੀ ਭਗਤਾਂ ਦੇ ਹਿਰਦੇ ਵਿੱਚ ਪੈਦਾ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਭਗਤਾਂ ਦੇ ਅੰਦਰ ਸਦਾ ਆਨੰਦ ਖੇੜਾ ਰਹਿੰਦਾ, ਉਹ ਪਦਾਰਥਾਂ ਵੱਲੋਂ ਉਦਾਸ ਹੋ ਜਾਂਦੇ ਨੇ। ਉਦਾਸ ਦਾ ਆਖਰੀ ਅਰਥ ਕੀ ਹੈ ਜੀ? ਮਸ਼ਕੀਨ ਜੀ ਨੇ ਇੱਕ ਬੜਾ ਪਿਆਰਾ ਅਰਥ ਕੀਤਾ। ਕਹਿੰਦੇ ਉਦ ਆਸਣ, ਆਪਣੇ ਆਪ ਦੇ ਨਾਲ ਬਹਿਣਾ, ਇਹੀ ਉਦਾਸੀ ਹੈ। ਆਪਣੇ ਆਪ ਨਾਲ ਗੱਲਾਂ ਕਰਨੀਆਂ, ਇਹੀ ਅਸਲੀ ਉਦਾਸੀ ਹੈ। ਇਹਨੂੰ ਉਦਾਸੀ ਕਹਿੰਦੇ ਨੇ। ਇੱਕ ਮਹਾਤਮਾ ਸੱਜਣ ਬੈਠੇ ਸਨ, ਇੱਕ ਮਨੁੱਖ ਕੋਲੋਂ ਲੰਘਿਆ, ਉਹਨੇ ਵੇਖਿਆ ਵੀ ਕੋਈ ਗੁਰਮੁਖ ਪਿਆਰਾ ਇਕੱਲਾ ਬੈਠਾ, ਕੋਲ ਆ ਕੇ ਬਹਿ ਗਏ। ਆ ਕੇ ਕਹਿਣ ਲੱਗੇ ਵੀ ਮੈਂ ਸੋਚਿਆ ਵੀ ਤੁਸੀਂ ਇਕੱਲੇ ਬੈਠੇ ਹੋ, ਵੀ ਚਲੋ ਮੈਂ ਤੁਹਾਡੇ ਨਾਲ ਬਹਿ ਜਾਵਾਂ। ਉਹ ਕਹਿੰਦੇ ਵੀ ਨਹੀਂ, ਹੁਣ ਤੂੰ ਇਕੱਲਾ ਕਰ ਦਿੱਤਾ ਮੈਨੂੰ। ਪਹਿਲਾਂ ਮੈਂ ਇਕੱਲਾ ਨਹੀਂ ਸੀ, ਆਪਣੇ ਆਪ ਨਾਲ ਬੈਠਾ ਸੀਗਾ, ਆਪਣੇ ਆਪ ਨਾਲ ਗੱਲਾਂ ਕਰਦਾ ਸੀ, ਪਰ ਤੂੰ ਆਇਆ, ਤੇਰੇ ਆਣ ਕਰਕੇ ਮੈਂ ਇਕੱਲਾ ਹੋ ਗਿਆ, ਕਿਉਂਕਿ ਮੈਂ ਆਪਣੇ ਆਪ ਨਾਲੋਂ ਦੂਰ ਹੋ ਗਿਆ। ਬੰਦਾ ਦੂਜਿਆਂ ਨਾਲ ਰਹਿੰਦਾ ਹੈ, ਪਰ ਆਪਣੇ ਆਪ ਨਾਲ ਨਹੀਂ। ਕਦੇ ਝਾਤੀ ਮਾਰ ਕੇ ਵੇਖੀਏ ਕਿ ਅਸੀਂ ਆਪਣੇ ਆਪ ਨਾਲ ਕਿੰਨਾ ਕੁ ਰਹਿੰਦੇ ਹਾਂ। ਅਸੀਂ ਆਪਣੇ ਆਪ ਤੋਂ ਬਾਹਰ ਹੁੰਦੇ ਹਾਂ, ਅਸੀਂ ਦੂਜਿਆਂ ਦੇ ਉੱਤੇ ਧਿਆਨ ਜ਼ਿਆਦਾ ਰੱਖਦੇ ਹਾਂ।
खैर मैं इस पासे ना जावां, ये विशा बिल्कुल अलग है। भगत जी कहते हैं कि असली मनुख वो है जिहड़ा अपने आप नूं अपने विचों वेख लवे, अपने विचों अपने आप दे दीदार कर लवे। भगत रविदास साहब जी उन्हां दा विआह कीता गया, उन्हां दी सुपत्नी दा नाम बीबी भागो जी लिखिआ, और रिश्ता जिहड़ा सीगा वो संतोख दास जी दे सोहरा साहब उन्हां ने कराया। भगत रविदास साहब जी दे जिहड़े नाना जी सन उन्हां ने, और बीबी भागो उस नगर के रहन वाले सन, हाजीपुर, जिस नगर दे विच तुलसीदास वर्गे विद्वान पैदा होए, उत्थों के रहन वाले सन। जदों विआह होया जी, विआह तो बाद अपने पिता जी नाल कामकार करन लगे, जोड़े गंढने, घोड़ियां दीयां काठियां बनाउणियां, लगामां बनाउणियां, चमदा चमड़े का काम करते सन भगत जी। पिता जी ने आख्या, पुत्र मैं तैनूं वपारी बनाना चाहुंदा सी, तां पढ़ने पाया सी। मैं चाहुंदा सी तैनूं दुकान बना के दे दियां भी तूं कोई कार विहार करे, पर लगदा भी तेरा मन पढ़न विच नहीं लग्या, ते फिर जिहड़ा काम मैं करदा फिर वो भी तूं भी करी चल नाल। उन्होंने अपने नाल लाया जी, काम कार करदियां करदियां। भगत रविदास जी का सुभाअ की सी, जदों किसी महापुरुष ने आउणा जोड़ा पहना देना उन्होंने, जदों किसी साधु ने आना, जे किसी कोल पैसा है, दमड़ी है, ले लैनी है, नहीं है तो कोई नहीं भाई तू इदां ही जोड़ा लै जा। पिता ने आख्या भी ये तो सारा कुछ उजाड़ी जाता है, भी जो कुछ कोल है वो सब कुछ वंडी जाता है। पिता संतोख दास जी ने अपने तो अलग कर दिता, आख्या भी अलग रहो, अपना कमाओ, अपना खाओ, मेरी मजबूरी है कि मैं तुहानूं अलग कर रहा क्योंकि तू वंडण की इच्छा रखदा है, पर मेरे मन दे विच ये नहीं कि तू सारा कुछ लोगों नूं उजाड़ देवे। जिथे उन्हां दा घर सी उन्होंने उत्थे नाल ही ना छन पा दी भगत जी नूं, ते रस्ते दे विच बह के जिवें भाई गुरदास जी कहंदे ना, पाणा गंढै राह विच, रस्ते विच बह के, पाणा नाम हुंदा जुत्ती दा, जुत्तियां गंढदे ने। कोई महात्मा कोई साधु आ गया, अपने कोलों जुत्ती दे देनी, पैसे भी कोलों दे देने, कोई दे गया ठीक, कोई ना दे गया तां भी कोई नहीं। गुरु ग्रंथ साहिब जी महाराज एक बचन उचारते ने जी, कईयां कोल बड़ी दौलत हुंदी, रुपया कढ़ के राजी नहीं हुंदे, पर कईयां दे कोल ना भी कुछ होवे, वो वंडण की बड़ी वड्डी समर्था रखते हैं। जिवें गुरु नानक साहिब जी नूं सिद्ध मिले ना, उन्हें तिल भेंट किया, महाराज किरपा करो वंड दिओ तिल। भाई मरदाना जी नूं महाराज आखण लगे, मरदाने अज तिल वंड दे। भाई मरदाना साहिब जी आखण लगे, गुरु गरीब नवाज तिल किवें वंडिया जा सकदा है? सतगुरु साहिब जी कहंदे वंडण की बिरती होनी चाहिए है, तिल भी वंडिया जा सकता है। जदों साडे कोल वंडण की बिरती ना होवे ते फिर वड्डे वड्डे खजाने भी वंडे नहीं जा सकते, जे वंडण की बिरती होवे ते तिल भी वंडिया जा सकता है। भाई मरदाने ने तिल पाया, दौरी विच रगड़िया ते सिद्धा नूं फिर छकाया इक्को ही तिल, जे वंडना ते तिल भी वंडिया जा सकता है ना। गुरु ग्रंथ साहिब जी महाराज जी कहंदे ने, भगत कैसा होंदा है, माण होंदा होए निमाणा। कहंदे माण दे हुंदियां भी जिहड़ा निमाणा बन के रहिंदा है। माण है पर निमाणा है, पर कदे जनाया नहीं उन्हें अपना आप, कदे प्रगट नहीं किया अपना आप, निमाणा हो के जगत विच रहिंदा है। फिर भगत जी कहंदे ताण होंदा होए सताणा, ताण तां नहीं, ताकत उहदे अंदर इन्नी ज़्यादा समर्था, इन्नी ज़्यादा जो चाहे कर सकता है, पर फिर भी वो जगत के अंदर निताणा होकर के रहिंदा है। अपनी ताण जिहड़ा, अपना बल जिहड़ा वो कदे प्रगट नहीं करता। ताण होंदा होए निताणा, उहदे पास ताण बल तां है पर निताणा होकर के रहिंदा है। फिर कहंदे अणहोंदा आप वंडाए, है तां नहीं पर फिर भी वंड रहे है तां कोल कुछ नहीं पर फिर भी वंड रहा है। को ऐसा भगत सदाए कोई इहो जिहा होवे ते वो भगत कहलाउंदा है। भगत रविदास साहिब जी भावें कोल कुछ नहीं पर फिर भी वंडण की बिरती रख रहे ने,
ਜਗਤ ਨੂੰ ਕੁਝ ਨਾ ਕੁਝ ਵੰਡ ਰਹੇ ਨੇ, ਸਭ ਦੀਆਂ ਝੋਲੀਆਂ ਭਰ ਰਹੇ ਨੇ। ਭਗਤ ਰਵਿਦਾਸ ਸਾਹਿਬ ਜੀ ਜੋੜਾ ਗੰਢਦੇ ਨੇ। 21 ਬਰਸ ਦੀ ਜਦੋਂ ਉਮਰਾ ਹੋਈ ਨਾ, ਇੱਕ ਦਿਨ ਬੈਠੇ ਬੈਠੇ ਮਨ ਨੇ ਆਖਿਆ ਕਿ ਮਨਾ, ਗੁਰੂ ਜ਼ਰੂਰ ਧਾਰਨਾ ਚਾਹੀਦਾ ਹੈ। ਅਜੇ ਗੁਰੂ ਨਹੀਂ ਧਾਰਿਆ। ਸਾਧ ਸੰਗਤ ਬਨਾਰਸ ਦੀ ਧਰਤੀ ਤੇ ਸਵਾਮੀ ਰਾਮਾਨੰਦ ਜੀ ਰਹਿੰਦੇ ਸਨ, ਜਿਨ੍ਹਾਂ ਦੇ 12 ਮੁੱਖ ਭਗਤ ਸ਼ਿਸ਼ ਮੰਨੇ ਗਏ, ਜਿਨ੍ਹਾਂ ਵਿੱਚ ਭਗਤ ਸੈਣ ਜੀ, ਭਗਤ ਪਰਮਾਨੰਦ ਜੀ, ਰਾਮਾਨੰਦ ਜੀ ਦੇ ਭਗਤ ਅੱਗੋਂ ਸਿੱਖ ਪਰਮਾਨੰਦ ਜੀ ਵੀ ਹੋਏ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਔਰ ਇਸੇ ਤਰ੍ਹਾਂ ਭਗਤ ਧੰਨਾ ਜੀ। ਇਹ ਇਹਨਾਂ ਦੇ ਜਿਹੜੇ ਮੁੱਖ ਸ਼ਿਸ਼ ਸਨ, ਉਹਨਾਂ ਵਿੱਚੋਂ ਸਨ। ਰਾਮਾਨੰਦ ਜੀ ਦੇ ਪਾਸ ਚੱਲ ਕੇ ਆਏ ਭਗਤ ਰਵਿਦਾਸ ਸਾਹਿਬ ਜੀ, ਆਖਣ ਲੱਗੇ, ਗੁਰਦੇਵ ਕਿਰਪਾ ਕਰੋ, ਮੈਨੂੰ ਉਪਦੇਸ਼ ਦੀ ਦਾਤ ਬਖਸ਼ੋ। ਇਹ ਬਚਨ ਸੁਣ ਕੇ ਨਾ ਰਾਮਾਨੰਦ ਜੀ ਕਹਿੰਦੇ, ਸ਼ਾਸਤਰ ਤੇ ਧਰਮ ਮੈਨੂੰ ਆਗਿਆ ਨਹੀਂ ਦਿੰਦਾ। ਕਹਿੰਦੇ ਜੀ ਕਿਉਂ? ਕਹਿੰਦੇ ਜੀ ਤੁਹਾਡੀ ਜਾਤ ਨਿਵੀ ਹੈ, ਮੇਰਾ ਸ਼ਾਸਤਰ ਤੇ ਮੇਰਾ ਧਰਮ ਮੈਨੂੰ ਆਗਿਆ ਨਹੀਂ ਦਿੰਦਾ। ਤੁਹਾਨੂੰ ਨਾਮ ਜਪਣ ਦੀ ਦਾਤ ਮਿਲੀ, ਤੁਸੀਂ ਜਪੀ ਜਾਓ, ਮੈਂ ਤੁਹਾਡਾ ਬੜਾ ਜਸ ਸੁਣਿਆ। ਇਹ ਗੱਲ ਸੁਣ ਕੇ ਭਗਤ ਰਵਿਦਾਸ ਜੀ ਨੇ ਅੱਗੋਂ ਬੜਾ ਪਿਆਰਾ ਬੋਲ ਆਖਿਆ। ਆਖਣ ਲੱਗੇ, ਗੁਰਦੇਵ ਤੁਸੀਂ ਬ੍ਰਹਮ ਗਿਆਨੀ ਕਹਿਲਾਉਂਦੇ ਹੋ, ਤੇ ਬ੍ਰਹਮ ਗਿਆਨੀ ਇਹੋ ਜਿਹੇ ਜੰਜਾਲ ਵਿੱਚ ਫਸਿਆ ਹੋਵੇ ਤੇ ਗੱਲ ਠੀਕ ਨਹੀਂ। ਤੁਹਾਡੇ ਪੈਰਾਂ ਵਿੱਚ ਵੀ ਉਹੀ ਸੰਗਲ ਪਏ ਨੇ ਨਾ ਜਾਤ ਪਾਤ ਦੇ। ਤੁਹਾਨੂੰ ਲੱਗਦਾ ਮੈਂ ਨੀਵੀਂ ਜਾਤ ਦਾ ਆ, ਇਹ ਤੁਹਾਡਾ ਫਿਰ ਭਰਮ ਹੈ। ਲੋਕ ਤੁਹਾਨੂੰ ਬ੍ਰਹਮ ਗਿਆਨੀ ਕਹਿੰਦੇ, ਇਹ ਗੱਲ ਤੁਹਾਡੇ ਲਈ ਸ਼ੋਭਦੀ ਨਹੀਂ। ਉਹਨਾਂ ਨੇ ਨਾ ਇੱਕ ਸ਼ਬਦ ਉਚਾਰਿਆ ਜੀ, ਇਹ ਸ਼ਬਦ ਅਕਸਰ ਆਪਾਂ ਪੜ੍ਹਦੇ ਸੁਣਦੇ ਹਾਂ, ਮੇਰੀ ਸੰਗਤ ਬੋਝ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੋ ਪਾਂਤੀ। ਰਾਮ ਗੁਸਈਆ ਜੀ ਕੇ ਜੀਵਨਾ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ। ਮੇਰੀ ਹਰਹੋ ਬਿਪਤ ਜਨ ਕਰਹੋ ਸੋ ਭਾਈ, ਚਰਨ ਨਾ ਛਾਡੋ ਸਰੀਰ ਕਲ ਜਾਈ। ਕਹੋ ਰਵਿਦਾਸ ਪਰੋ ਤੇਰੀ ਸੰਭਾ, ਬੇਗ ਮਿਲਹੋ ਜਨ ਕਰ ਨਾ ਵਿਲੰਬ। ਆਖਣ ਲੱਗੇ, ਮੈਂ ਮੰਨਦਾ ਹਾਂ ਮੇਰੀ ਜਿਹੜੀ ਜਾਤ ਉਹ ਟੇਢੀ ਹੈ। ਲੋਕ ਕਹਿੰਦੇ ਨੇ ਵੀ ਮੇਰੀ ਜਾਤ ਨਿਵੀਂ ਹੈ। ਭਗਤ ਤਾਂ ਜਾਤ ਪਾਤ ਨੂੰ ਮੰਨਦੇ ਨਹੀਂ ਨਾ, ਲੋਕ ਆਖਦੇ ਨੇ ਮੇਰੀ ਜਾਤ ਨਿਵੀਂ ਹੈ। ਕਹਿੰਦੇ ਮੈਂ ਮੰਨਦਾ ਹਾਂ ਕਿ ਮੇਰੀ ਸੋਚ ਵੀ ਚੰਗੀ ਨਹੀਂ, ਕਿਉਂਕਿ ਮੇਰੀ ਸੋਚ ਇਸ ਕਰਕੇ ਮਲੀਨ ਹੈ, ਮੈਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਸੰਗਤ ਕਰਦਾ। ਮੇਰੀ ਸੰਗਤ ਪੋਚ ਸੋਚ ਦਿਨ ਰਾਤ ਇਹਨਾਂ ਵਿਕਾਰਾਂ ਦੀ ਮੈਂ ਸੰਗਤ ਕਰਦਾ ਆ। ਮਨ ਕਰਕੇ ਵੀ ਮੈਂ ਮਾੜਾ ਹਾਂ, ਤੇ ਜਿੱਥੇ ਮੈਂ ਦੁਨਿਆਵੀ ਕੁੱਲ ਦੀ ਗੱਲ ਕਰਾਂ ਤੇ ਲੋਕ ਉੱਥੇ ਵੀ ਮੈਨੂੰ ਨੀਵਾ ਕਹਿੰਦੇ ਨੇ। ਪਰ ਕਹਿੰਦੇ ਨੇ, ਗੁਰਦੇਵ ਰਾਮ ਗੁਸਈਆ ਜੀ ਕੇ ਜੀਵਨਾ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ। ਮੈਂ ਤੁਹਾਡਾ ਜਨ ਭਗਤਾ, ਮੈਨੂੰ ਵਿਸਾਰਿਓ ਨਾ। ਇਹ ਨਾ ਆਖੋ ਮੇਰੀ ਜਾਤ ਨਹੀਂ ਵੀ ਹੈ, ਮੈਂ ਉਪਦੇਸ਼ ਨਹੀਂ ਦੇਣਾ। ਮੇਰੀ ਹਰੋ ਬਿਪਤ ਨਾਮ ਹੁੰਦਾ ਜੀ ਦੁੱਖ ਦਾ। ਮੇਰੇ ਤੇ ਜਿਹੜੀ ਆ ਜਨਮ ਤੇ ਮਰਨ ਦੀ ਬਿਪਤਾ ਹੈ ਨਾ, ਜਿਹੜਾ ਦੁੱਖ ਹੈ, ਇਹ ਦੁੱਖ ਮੇਰਾ ਨਿਵਰਤ ਕਰ ਦਿਓ। ਕਹਿੰਦੇ ਚਰਨ ਨਾ ਛਾਡੋ ਸਰੀਰ ਕਲ ਜਾਈ। ਕਲ ਨਾਮ ਹੁੰਦਾ ਸੁੰਦਰ ਦਾ। ਮੇਰਾ ਇਹ ਸੁੰਦਰ ਸਰੀਰ ਭਾਵੇਂ ਜਾਂਦਾ ਜਾਵੇ, ਪਰ ਮੈਂ ਤੁਹਾਡੇ ਚਰਨ ਨਹੀਂ ਛੱਡਣੇ ਜਿੰਨੀ ਦੇਰ ਤੱਕ ਤੁਸੀਂ ਉਪਦੇਸ਼ ਦੀ ਦਾਤ ਨਹੀਂ ਦਿੰਦੇ। ਫਿਰ ਕਹਿੰਦੇ, ਕਹੋ ਰਵਿਦਾਸ ਪਰੋ ਤੇਰੀ ਸ਼ਾਂਭਾ। ਸ਼ਾਂਭਾ ਦਾ ਅਕਰੀ ਅਰਥ ਹੁੰਦਾ ਜੀ ਪਨਾਹ। ਮੈਂ ਤੁਹਾਡੀ ਪਨਾਹ, ਤੁਹਾਡੀ ਸ਼ਰਨ ਦੇ ਵਿੱਚ ਪਿਆ, ਤੇ ਕਿਰਪਾ ਕਰੋ ਬੇਗ ਮਿਲੋ ਜਨ ਕਰ ਨਾ ਵਿਲੰਬ। ਛੇਤੀ ਮਿਲੋ ਮੈਨੂੰ, ਰਹਿਮਤਾਂ ਕਰ ਦਿਓ, ਮੇਰੇ ਹਿਰਦੇ ਵਿੱਚ ਪ੍ਰਕਾਸ਼ ਕਰੋ। ਮੈਂ ਪਰਮੇਸ਼ਰ ਦੇ ਦੀਦਾਰ ਕਰਨਾ ਚਾਹੁੰਦਾ, ਜਿਹਦੇ ਨਾਲੋਂ ਬਹੁਤ ਜਨਮ ਵਿਛੜੇ ਥੇ ਮਾਧੋ, ਜਿਹਦੇ ਨਾਲੋਂ ਕਈ ਜਨਮਾਂ ਤੋਂ ਵਿਛੜਿਆ ਹੋਇਆ, ਤੇ ਕਿਰਪਾ ਕਰੋ ਜੀ ਛੇਤੀ ਉਹਦੇ ਨਾਲ ਮੇਰਾ ਮੇਲ ਕਰਾ ਦਿਓ। ਕਹਿੰਦੇ ਜਦੋਂ ਬੋਲ ਸੁਣੇ ਨਾ ਸਵਾਮੀ ਰਾਮਾਨੰਦ ਜੀ ਨੇ, ਮਨ ਇੰਨਾ ਖਿੜ ਗਿਆ, ਉਹਨਾਂ ਨੇ ਭਗਤ ਰਵਿਦਾਸ ਜੀ ਨੂੰ ਗੁਰਮੰਤਰ ਦਿੱਤਾ ਕਿ ਨਾਮ ਜਪਿਆ ਕਰੋ, ਬੰਦਗੀ ਕਰਿਆ ਕਰੋ। ਜਦੋਂ ਆਪਾਂ ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ, ਤੇ ਉਸ ਬਾਣੀ ਦੇ ਅੰਦਰ ਕੇਵਲ ਨਾਮ ਜਪਣ ਦਾ ਹੀ ਉਪਦੇਸ਼ ਹੈ।
नाम जपण दा। ते भगत जिहड़ा वो नाम जप जप के ही अपनी मंजिल ते पहुँचदा है। नाम तो बिना जीवन मनुख दा अधूरा है। गुरु अर्जन देव जी महाराज सच्चे पातशाह जी फरमान करते ने, गोबिंद भजन बिन तिल नहीं मानै। असी कुछ भी करी जाइए जिंदगी अंदर, पर जिस दिन दरगाह दे विच जाना परमेश्वर दे भजन तो बिना एक तिल मात्र भी चीज़ नहीं मनी जानी। देखो जदों गल पूजा की चलती है ना, उत्थे भगत रविदास साहब जी कहते, नाम तेरो आरती मजन मुरारे, हर के नाम बिना झूठे सगल पसारे। वो कहते नाम ही तुहाडी आरती है, तुहाडा नाम जपना असली तुहाडी आरती है। जे मैं बाहर दीवे लैके तुहाडी आरती उतारी जावां, मेरे हिरदे विच तेरा नाम ना होवे ते मेरी बाहर दी आरती कीती होई की करेगी। मेरी बाहर दी आरती तां सफल है जे मैं अंदरों तेरा नाम जपांगा। नाम तेरो आरती। फिर मज्जन, मज्जन किहनूं कहंदे? इशनान करन। आरती तो पहला इशनान किया जाता है, शरीर पवित्र किया जाता है। तुहाडा नाम दा ही इशनान मैं करदा हां। हर के नाम बिना झूठे सगल पसारे। तेरे नाम तो बिना सब कुछ झूठा है, तेरे नाम तो बिना सब कुछ कूड़ है, किसे लेखे नहीं पैंदा। कहंदे गोरखनाथ आया भगत जी दे पास, गुरु नानक साहब जी दे नाल भी मेल होया। जिहड़ी ये 14वीं ते 15वीं सदी है, आपां जे इतिहास पढ़ीए ना, इस सदी ने बड़े बड़े महाबली योधे भगत पैदा किए ने जी। भगत रविदास जी, भगत धन्ना जी, भगत कबीर जी, भगत सधना जी, भगत सैन जी, जिन्हां 15 भगतों का जिक्र गुरु ग्रंथ साहब जी की बाणी अंदर है। करीबन करीबन ये भगत समकाली सन, इक्को समय दे। और गुरु नानक देव जी महाराज सच्चे पातशाह भी इसे समय के अंदर ही प्रगट होए। 14वीं सदी अंदर गुरु नानक साहब महाराज जी का प्रकाश होया। और ये सदी इदां दी सदी सी भारत वर्ष लई। मैनूं इदां जापदा जिवें पहलां बेनती कीती भी महात्मा बुद्ध तो पहलां ते अशोक तो बाद हिंदुस्तान जिहो जिहियां गुलामी दीयां जंजीरां विच जकड़िया गया ना, वो सारियां जंजीरां भन्नण वास्ते परमेश्वर ने इहो जे प्रतापी अवतारी पुरुष गुरु धरती ते भेजे। जाओ जाके समाज नूं ये गुलामी दे विचों बाहर कढो। क्यों? लोक राजनीति दे गुलामी तां भोगदे ने, राजनीति की गुलामी लोग भोगदे ने, पर इत्थे लोक धर्म की गुलामी भोग रहे हैं। उत्थे धर्म ने बन्निया ना लोगों नूं। 4 वर्ण जदों मनु सिमरती की गल आउंदी, कोई राजनीतिक ग्रंथ तो है नहीं, वो धर्म का ग्रंथ है जिहदे अंदर मनुखता नूं वंडिया गया, समाज के अंदर लोगों नूं दुरकारिया गया। और साध संगत जी, गुरु नानक देव जी महाराज सच्चे पातशाह का आगमन इस समय विच होया। ते मैं ये सोचदा कि भारत वर्ष लई 14वीं ते 15वीं सदी इदां दी सदी होई जिस सदी विच बड़े बड़े महापुरुष अवतारी पुरुष पैदा होए, जिन्हां दी अंदर दी अवस्था इक्को जी सी, जिन्हां ने सब नूं नाम जपण दा उपदेश दिता। चाहे कबीर जी सन, चाहे भगत नामदेव जी, भगत रविदास साहब जी, भगत सैन नाई जी, भगत धन्ना जी, इन्हां सारे जणियां ने नाम जपण का उपदेश ही जगत नूं दिता। जे कोई भी शब्द भगत रविदास जी का इदां दा नहीं जिस शब्द विच वो नाम तो बिना कोई दूजी गल करदे होण। दास अर्ज करदा सी, गोरखनाथ जिहड़ा वो आया भगत जी की परीक्षा करन वास्ते। जदों भगत जग वजिया चौ चक्कां दे विच चमरेटा, गोरखनाथ ने की कीता? कहंदा जी मेरा जोड़ा बना दिओ। भगत जी ने जोड़ा बनाया, अगे रख दिता। उन्हें अपनी झोली खोली, झोली खोल के ना भगत जी दे अगे कर दिती। हुण वो करामाती सी, करामातां नाल ना झोली दे विच विखाए हीरे जवाहरात मोती। आखदा जी लै लो जिन्ने लैणे ने। भगत जी आखण लगे ये तां रोड़े ने, ये तां रोड़े ने, इहदे विच तां कुछ है ही नहीं जिहड़ा मैं लै लवां, ते इहदे विचों कुछ भी मेरे लोड़ वाला नहीं। भगत जी कहंदे असल दे विच गोरखनाथ मेरे कोल एक इहो जिहा पारस है, ते मेरे कोल एक इहो जिहा हीरा है, एक इहो जी काम धन गऊँ है, एक इहो जिहा कल्प वृक्ष है।
ਭਗਤ ਜੀ ਦੇ ਬਾਣੀ ਦੇ ਬੋਲ ਨੇ, ਕਹਿੰਦੇ ਮੇਰੇ ਪਾਸ ਇਤਨਾ ਕੁਝ ਹੈ, ਜੋ ਚਾਹਾਂ ਮੈਂ ਪ੍ਰਾਪਤ ਕਰ ਸਕਦਾ, ਮੈਨੂੰ ਤੇਰੇ ਇਹ ਝੂਠੇ ਜਿਹੜੇ ਮੋਤੀ ਨੇ ਨਾ, ਇਹ ਮੈਨੂੰ ਨਹੀਂ ਚਾਹੀਦੇ। ਮੈਂ ਇਹਦੇ ਨਾਲ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਸੰਗ ਆਪ ਜੀ ਨੂੰ ਸਰਵਣ ਕਰਾਉਣਾ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਮੇਰ ਪਰਬਤ 'ਤੇ ਗਏ, ਸਿੱਧਾਂ ਨੇ ਸਿੱਧੀ ਮਨੈ ਵਿਚਾਰਿਆ, ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਸਿੱਧ ਸੋਚਣ ਲੱਗੇ ਵੀ ਬੜਾ ਪ੍ਰਤਾਪੀ ਪੁਰਸ਼ ਹੈ, ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਜੋਗੀਆਂ ਦਾ ਪੰਥ ਜਿਹੜਾ ਉਹ ਗ੍ਰਹਿਣ ਕਰ ਲਵੇ। ਐਸਾ ਜੋਗੀ ਕਲੀ ਮਾਹੇ ਹਮਰੇ ਪੰਥ ਕਰੈ ਉਜਿਆਲਾ। ਇਹੋ ਜਿਹਾ ਜੋਗੀ ਸੰਸਾਰ ਵਿੱਚ ਸਾਡੇ ਪੰਥ ਨੂੰ, ਸਾਡੇ ਮਜ਼ਹਬ ਨੂੰ ਪ੍ਰਗਟ ਕਰ ਦੇਗਾ। ਖੱਪਰ ਦਿੱਤਾ ਨਾਥ ਜੀ, ਪਾਣੀ ਭਰ ਲੈਵਣ ਉੱਠ ਚੱਲ। ਗੋਰਖਨਾਥ ਨੇ ਮਹਾਰਾਜ ਨੂੰ ਖੱਪਰ ਦਿੱਤਾ ਜੀ, ਪਾਣੀ ਲਿਆਓ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਾਣੀ ਵਾਸਤੇ ਚਲੇ ਗਏ। ਬਾਬਾ ਗਿਆ ਪਾਣੀਆਂ ਡਿੱਠੇ ਰਤਨ ਜਵੇਹਰ ਲਾਲਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਪਾਣੀ ਲੈਣ ਵਾਸਤੇ ਗਏ ਨਾ, ਜਿਸ ਤਲਾਬ ਦੇ ਕੋਲੋਂ ਨਾ ਪਾਣੀ ਲੈਣ ਵਾਸਤੇ ਭੇਜਿਆ ਸੀ, ਮਹਾਰਾਜ ਨੇ ਕੀ ਵੇਖਿਆ ਵੀ ਉਹਦੇ ਵਿੱਚ ਹੀਰੇ ਮੋਤੀ ਲਾਲ ਚਮਕਦੇ ਪਏ ਸਨ। ਬੰਦਾ ਵੇਖੋ ਮਾਇਆ ਦੀ ਚਕਚੌਂਧ ਤੋਂ ਭਰਮਦਾ ਨਾ, ਉਹਨਾਂ ਨੇ ਆਪਣੀਆਂ ਕਰਾਮਾਤਾਂ ਨਾਲ ਸਾਰਾ ਪਾਣੀ ਜਿਹੜੇ ਹੀਰੇ ਮੋਤੀ ਰਤਨ ਜਵੇਹਰ ਬਣਾ ਦਿੱਤਾ। ਤੇ ਸਤਿਗੁਰੂ ਮਹਾਰਾਜ ਜੀ ਵਾਪਸ ਆ ਗਏ। ਬਾਬਾ ਆਖੇ ਨਾਥ ਜੀ, ਪਾਣੀ ਠੌੜ ਨਹੀਂ ਉਸ ਤਾਲਾ। ਮਹਾਰਾਜ ਕਹਿੰਦੇ ਗੋਰਖਨਾਥ, ਮੈਨੂੰ ਇੱਕ ਗੱਲ ਦੱਸ, ਤੂੰ ਕਰਾਮਾਤੀ ਅਖਵਾਉਣਾ, ਤੈਨੂੰ ਇੰਨਾ ਨਹੀਂ ਪਤਾ ਲੱਗਿਆ ਵੀ ਉਸ ਤਾਲ ਵਿੱਚ ਤਾਂ ਪਾਣੀ ਕੋਈ ਨਹੀਂ। ਤੂੰ ਮੈਨੂੰ ਪਾਣੀ ਲੈਣ ਵਾਸਤੇ ਭੇਜਿਆ ਸੀ ਨਾ, ਵੀ ਜਾਓ ਪਾਣੀ ਲੈ ਕੇ ਆਓ। ਜੇ ਤੂੰ ਐਡਾ ਮਹਾਨ ਕਰਾਮਾਤੀ ਸੀ, ਤੈਨੂੰ ਪਤਾ ਨਹੀਂ ਲੱਗਿਆ ਵੀ ਉਸ ਤਾਲ ਵਿੱਚ ਪਾਣੀ ਨਹੀਂ। ਇਹਦਾ ਭਾਵ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਰਖਨਾਥ ਨੂੰ ਇਹ ਗਿਆਨ ਕਰਾ ਦਿੱਤਾ ਕਿ ਭਾਵੇਂ ਰਤਨ ਹੋਵਣ, ਜਵਾਹਰ ਹੋਵਣ, ਮਾਣਕ ਹੋਵਣ, ਮੇਰੇ ਨਿਸ਼ਚੇ ਅੱਗੇ, ਮੇਰੇ ਧਰਮ ਦੇ ਅੱਗੇ, ਮੇਰੇ ਨਾਮ ਦੇ ਅੱਗੇ, ਇਹ ਸਾਰੀਆਂ ਚੀਜ਼ਾਂ ਫੋਕਟ ਦੀਆਂ ਨੇ, ਕਿਸੇ ਲੇਖੇ ਦੀਆਂ ਨਹੀਂ। ਮੈਂ ਇਸ ਮਾਇਆ ਦੀ ਖਾਤਰ, ਇਹਨਾਂ ਰੋੜਿਆਂ ਦੀ ਖਾਤਰ ਆਪਣਾ ਧਰਮ ਨਹੀਂ ਛੱਡਣ ਵਾਲਾ, ਭਾਵੇਂ ਕੁਛ ਵੀ ਹੋ ਜਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਸਿੱਧਾਂ ਦਾ ਸੀਸ ਝੁਕ ਗਿਆ। ਭਗਤ ਰਵਿਦਾਸ ਸਾਹਿਬ ਜੀ ਆਖਣ ਲੱਗੇ, ਗੋਰਖਨਾਥ ਤੇਰੀ ਝੋਲੀ ਵਿੱਚ ਰੋੜ ਨੇ, ਹੈ ਤਾਂ ਮੋਤੀ ਸਨ ਜੀ, ਹੀਰੇ ਸਨ, ਇਹ ਰੋੜ ਨੇ, ਮੈਨੂੰ ਨਹੀਂ ਚਾਹੀਦੇ। ਮੇਰੇ ਮਾਲਕ ਨੇ ਮੈਨੂੰ ਇਹੋ ਜਿਹਾ ਨਾਮ ਦਾ ਹੀਰਾ ਬਖਸ਼ਿਆ ਹੋਇਆ, ਉਹ ਨਾਮ ਦੇ ਹੀਰੇ ਦੇ ਨਾਲ ਮੈਂ ਦੁਨੀਆ ਦਾ ਸਭ ਤੋਂ ਵੱਡਾ ਅਮੀਰ ਪੁਰਸ਼ ਹਾਂ। ਇੱਕ ਸ਼ਬਦ ਆਉਂਦਾ ਜੀ ਭਗਤ ਰਵਿਦਾਸ ਸਾਹਿਬ ਜੀ ਦਾ ਬਾਣੀ ਦੇ ਅੰਦਰ, ਉਹਦੇ ਵਿੱਚ ਭਗਤ ਜੀ ਕਹਿੰਦੇ ਨੇ, ਦਾਰਦ ਦੇਖ ਸਭ ਕੋ ਹਸੈ, ਐਸੀ ਦਸ਼ਾ ਹਮਾਰੀ। ਹੇ ਵਾਹਿਗੁਰੂ, ਜਦੋਂ ਬਾਹਰੋਂ ਲੋਕ ਮੈਨੂੰ ਵੇਖਦੇ ਨੇ, ਮੈਂ ਬੜੀ ਗਰੀਬੀ ਦਾਅਵੇ ਨਾਲ ਸਮਾਂ ਕੱਟਦਾ ਆ। ਲੋਕ ਮਖੌਲ ਕਰਦੇ ਨੇ, ਵੇਖੋ ਮੇਰੀ ਕਿਹੋ ਜਿਹੀ ਦਸ਼ਾ ਹੈ। ਪਰ ਕਹਿੰਦੇ ਤੇਰੀ ਇਹੋ ਜਿਹੀ ਕਿਰਪਾ ਹੈ, 9 ਨਿਧੀਆਂ ਤੇ 18 ਸਿੱਧੀਆਂ ਤੂੰ ਮੇਰੀ ਹੱਥ ਦੀ ਤਲੀ ਤੇ ਰੱਖੀਆਂ ਹੋਈਆਂ ਨੇ। ਸਭ ਕਿਰਪਾ ਤੁਮਾਰੀ, ਇਹ ਤੇਰੀ ਕਿਰਪਾ ਹੈ, ਤੇਰੀ ਰਹਿਮਤ ਹੈ। 9 ਨਿਧੀਆਂ 18 ਸਿੱਧੀਆਂ ਮੇਰੇ ਹੱਥ ਦੀਆਂ ਤਲੀਆਂ ਦੇ ਉੱਪਰ ਪਈਆਂ ਹੋਈਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਹਨੇ ਹਰੀ ਦਾ ਨਾਮ ਹਿਰਦੇ ਵਿੱਚ ਵਸਾ ਲਿਆ, ਇਹ 9 ਨਿਧੀਆਂ 18 ਸਿੱਧੀਆਂ ਤਾਂ ਉਹਨਾਂ ਦੇ ਪਿੱਛੇ ਦੌੜੀਆਂ ਫਿਰਦੀਆਂ ਨੇ। ਗੰਗਾ ਰਾਮ ਨਾਮ ਦਾ ਇੱਕ ਭਗਤ ਜੀ ਦੇ ਕੋਲ ਗਰੀਬ ਪੰਡਤ ਆਇਆ, ਜੋੜਾ ਗੰਢਦੇ ਪਏ ਸਨ, ਉਹਨੇ ਵੀ ਜੋੜਾ ਗੰਢਾਇਆ, ਦਮੜੀ ਦਿੱਤੀ ਇੱਕ। ਭਗਤ ਜੀ ਨੇ ਨਾ ਉਹ ਦਮੜੀ ਵਾਪਸ ਦੇ ਦਿੱਤੀ, ਆਖਿਆ ਜਾ ਕੇ ਤੁਸੀਂ ਗੰਗਾ ਇਸ਼ਨਾਨ ਕਰਨ ਚੱਲੇ ਹੋ ਤੇ ਕਿਰਪਾ ਕਰਕੇ ਇਹ ਮੇਰੀ ਦਮੜੀ ਭੇਟ ਕਰ ਦੇਣਾ ਮਾਤਾ ਗੰਗਾ ਨੂੰ। ਉਦੋਂ ਕਰਨਾ ਜਦੋਂ ਹੱਥ ਬਾਹਰ ਕੱਢ ਕੇ ਦਮੜੀ ਲਵੇ, ਉਂਝ ਨਹੀਂ, ਜਦੋਂ ਹੱਥ ਬਾਹਰ ਕੱਢ ਕੇ। ਉਹ ਗੰਗਾ ਰਾਮ ਵੀ ਬੜਾ ਹੈਰਾਨ ਹੋਇਆ ਵੀ ਤੇਰੀ ਦਮੜੀ, ਉਹ ਵੀ ਮਈਆ ਗੰਗਾ ਤੇਰੀ ਦਮੜੀ ਲਏਗੀ। ਉੱਥੇ ਬੜੇ ਬੜੇ ਵਿਦਵਾਨ ਆਲਮ ਫਾਜ਼ਲ ਪਹੁੰਚੇ ਹੋਏ ਨੇ। ਜਦੋਂ ਕਹਿੰਦੇ ਉੱਥੇ ਗਿਆ, ਗੰਗਾ ਰਾਮ ਇਸ਼ਨਾਨ ਕਰਦਾ ਹੈ, ਇਸ਼ਨਾਨ ਕਰਕੇ ਬਾਹਰ ਨਿਕਲਿਆ, ਉਹਨੂੰ ਯਾਦ ਆਇਆ ਵੀ ਭਗਤ ਰਵਿਦਾਸ ਜੀ ਨੇ ਵੀ ਦਮੜੀ ਦਿੱਤੀ ਸੀ। ਕਹਿੰਦੇ ਗੰਗਾ ਦੇ ਕੰਢੇ ਖਲੋ ਕੇ ਕਹਿਣ ਲੱਗਾ,
हे माता गंगा, तेरे भगत ने तेरे लिए दमड़ी भेजी है, पर उसकी शर्त है, ये तां देनी है जे गंगा माता हथ बाहर कढ़ के दमड़ी लए। भाई गुरदास जी कहते ने, ये चलते कौतक सारी दुनिया ने वेखिया। जदों मेला भरिया सी ना, बड़े लोग सन उत्थे, सब ने वेखिया गंगा ने हथ कढ़ के वो जिहड़ी दमड़ी लई, दमड़ी कबूल करके ना, ते भगत जी ने एक शब्द आखिया सीगा। भगत जी कहते भी जदों दमड़ी देवे ते उत्तर देना मैनू कि माता गंगा ने आख्या की है, मैनू जवाब भी देना आके। कहते गंगा ने एक कीमती कंगण हथ च पाउण वाला ना वो दे दिता भी मेरे भगत नूं दे दई। ते गंगा राम जदों वापस चलिया ते मन लोभी हो गया, राह दे विच सोचिया भी मना इन्नी कीमती चीज़ है, आपां गरीबी दावे नाल समा कट्टदे हां, वेच के आपां धनवान बन जावांगे। वो लिया के जी उन्हें घर विच रख लिया। ते ज्ञानी बृक्ष सिंह जी लिखते भी उन्हें की कीता भी सोचिया थोड़े दिनों बाद भी घर च की करदा, आपां वेच ही दिंदे आ। जदों वेचण वास्ते गया, जौहरी ने जदों परखिया भी इहदी कीमत ही बड़ी ज़्यादा है, इहदे कोल कित्थों आया। उन्हें सोचिया भी ये कितों चोरी करके लिआया होना, उहनूं फड़ के राजे कोल लै गया। ते राजे का नाम सीगा रामचंद्र, जिहदे कोल लैके गया। उस राजे ने आख्या तेरे कोलों कित्थों आया? कहंदे जी मैं तां भगत रविदास जी वास्ते लैके आया सी, इहो जे तां उन्हां कोलों ही मिलदे ने। उसे वक्त राजे ने आख्या भी जाओ बुला के लैके आओ भगत रविदास जी। भगत रविदास साहब जी उत्थों चल के साध संगत जी राजे दे कोल पहुँचे। ਉਹਦੇ ਮਹਿਲਾਂ 'ਚ नहीं गए, बाहर चौंक ਵਿੱਚ ਬਹਿ गए जोड़े गंढण वास्ते। कहते जाओ राजे ਨੂੰ ਕਹਿ ਦਿਓ ਜੇ ਕੁਝ ਪੁੱਛਣਾ ਤੇ ਇੱਥੇ ਆ ਜਾ। राजा आप चल के आया, बड़ा क्रोध सी मन के अंदर भी लगता भी किते ना चोरी ना कीती होवे, ते जे कीती होवेगी ते दोनों नूं मैं फांसी देहांगा। पर भगत की मूर्ति इन्नी प्यारी सी, राजे ने जदों दर्शन कीते ते अंदर ठंड ही वरत गई। इसे करके आपां बाणी दे रोज़ बचन पढ़ते हैं, सो कहो टल गुर सेवी है, अहनस सहज सुभाए, दर्शन परसिया गुरु कै जन्म मरण दुख जाए। दीदार ही गुरु दे इदां दे हुंदे ने भी सिख दे हिरदे विच ठंड वरता देंदे। राजे दा क्रोध अंदरों ठंडा हो गया, निमरता विच आके कहण लगा भगत जी किरपा करके दसो भी ये कंगण कित्थों आया? मैनूं लगदा भी ये गंगा राम ने किते चोरी कीता, मैनूं एक बारी दस दिओ। कहंदे वो जिहड़ा पत्थर सी ना, जिहड़ी सिला सी जिहदे ते रख के जोड़े गढ़दे हुंदे सन, उन्होंने वो चक्या। कहंदे गंगा इत्थे ही बहिंदी है, कढ़ लै जिन्ने कढ़ने ने पछाण के उहदे नाल ते। वाकिया जदों ने हथ मारिया जी हेठले पासे कंगण निकल आया, उन्हें दोने कंगण भगत जी के चरणों च रख दिते, चरनी टै पिया। राजा उहदी राणी दोने भगत जी के अगों भगत बने। ते भगत जी कहते कंगण मैनू नहीं चाहिए राजन, इस तरह करो ये कंगण उस गरीब नूं दे दिओ, वो लोड़वंद है जी। भावें अपनी अवस्था जिहड़ी है जे माया दे तल ते वेखीए ते बड़ा औखा समा गुजारते हैं, पर दास ने पहला बेनती की जी अणहोंदा आप वंडाए, वो ऐसा भगत सदाए। जिहदी वंडण की बिरती हुंदी भी है तो नहीं, पर फिर भी वंड रहे है। आखदे ने भी इनू दे दिओ, गरीब गंगा राम इनू लोड़ है, ये जरूरतमंद है, इनू वापस कर दो। वाकिया वो कंगण दोने उन्होंने दे दिते। भगत रविदास साहब जी जिन्हां दी बाबत भाई गुरदास जी कहते रस्ते विच बह के जोड़ा गंढते ने, उन्हां दा एक ना बड़ा प्यारा शब्द है गुरु ग्रंथ साहिब जी की बाणी अंदर भगत जी का। भगत जी कहते लोग मेरे कोल आके जोड़ा कढाउंदे ने, मैं जोड़े गंढण का काम करता है। पर कहते लोग एक काम होर करते हैं। तुसीं जदों भगत कबीर जी की बाणी पढ़ोगे जी साध संगत जी, भगत कबीर जी की बाणी दे विच ना जिहड़ा वो काम करते सन, उन्होंने अपने काम के मुताबक बाणी के कई शब्द उच्चारे ने। भगत रविदास जी की जदों तुसीं बाणी पढ़ोगे, उन्होंने अपने कर्म के मुताबक जिहड़ा काम वो करते सन, रविदास ढवंता ढोर नीत तिन त्यागी माया, जिहड़ा काम वो करते सन
ਤੇ ਉਹ ਜਿਹੜੇ ਕੰਮ ਨੂੰ ਆਪਣੀ ਬਾਣੀ ਦੇ ਅੰਦਰ ਵਰਤ ਕੇ ਉਹਨਾਂ ਨੇ ਉਪਦੇਸ਼ ਦਿੱਤਾ। ਕਹਿੰਦੇ ਚਮਰਟਾ ਗਾਂਠ ਨਾ ਜਨਈ ਲੋਗ ਗਠਾਵੈ ਪਨਹੀ, ਲੋਗ ਗੰਠ ਗੰਠ ਖਰਾ ਬਗੂਚਾ ਹਉ ਬਿਨ ਗਾਂਠੇ ਜਾਏ ਪਹੁੰਚਾ। ਇਹਦਾ ਭਾਵ ਹੈ ਵੀ ਲੋਕ ਸਰੀਰ ਰੂਪੀ ਜੁੱਤੀ, ਭਗਤ ਜੀ ਨੇ ਸਰੀਰ ਨੂੰ ਜੁੱਤੀ ਆਖਿਆ, ਜੁੱਤੀ ਵੀ ਚਮਦੀ ਹੁੰਦੀ, ਸਰੀਰ ਵੀ ਚਮਦਾ ਹੈ। ਕਹਿੰਦੇ ਮੈਂ ਸਰੀਰ ਦੀ ਜੁੱਤੀ ਸੰਸਾਰ ਨਾਲ ਗੰਢਣਾ ਨਹੀਂ ਜਾਣਦਾ। ਚਮਰਟਾ ਗਾਂਠ ਨਾ ਜਨਈ ਲੋਕ ਗਠਾਵੈ ਪਨਹੀ, ਦੁਨੀਆ ਵਾਲੇ ਲੋਕ ਇਹ ਸਰੀਰ ਦੀ ਜੁੱਤੀ ਦੁਨੀਆ ਨਾਲ ਹੀ ਗੰਢਦੇ ਨੇ। ਆਪਾਂ ਸੰਸਾਰ ਦੇ ਰਿਸ਼ਤੇ ਬਣਾਉਨੇ ਆ, ਬੰਦਾ ਇਹ ਕਹਿੰਦਾ ਜੀ ਔਖੇ ਵੇਲੇ ਕੰਮ ਆਉਣਗੇ, ਪਰ ਜ਼ਿੰਦਗੀ ਵਿੱਚ ਇਹ ਅਨੁਭਵ ਹਰ ਕਿਸੇ ਦਾ ਹੋਵੇਗਾ। ਔਖੇ ਵੇਲੇ ਵੈਸੇ ਕੰਮ ਕੋਈ ਨਹੀਂ ਆਉਂਦਾ ਰੱਬ ਤੋਂ ਬਿਨਾਂ, ਸਭ ਭੱਜ ਜਾਂਦੇ ਨੇ। ਸਤਿਗੁਰੂ ਜੀ ਫਰਮਾਨ ਕਰਦੇ ਨੇ ਨਾ, ਸੁਖ ਮੈਂ ਆਨ, ਜਦੋਂ ਸੁੱਖ ਦਾ ਸਮਾਂ ਹੁੰਦਾ, ਸੁਖ ਮੈਂ ਆਨ, ਸੁੱਖ ਦੇ ਸਮੇਂ ਵਿੱਚ ਅਨੇਕਾਂ ਲੋਕ ਸਾਡੇ ਕੋਲ ਆ ਕੇ ਬਹਿੰਦੇ, ਰਹਿਤ ਚਹੂ ਦਿਸ ਕੇ ਰਹਿ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਕੇ ਰਹਿ। ਚਾਰ ਚਫੇਰੇ ਤੋਂ ਘੇਰਾ ਪਾ ਕੇ ਬੈਠੇ ਹੁੰਦੇ ਨੇ ਵੀ, ਹਰ ਕੋਈ ਕਹਿੰਦਾ ਜੀ ਇਹ ਮੇਰਾ ਮਿੱਤਰ ਹੈ, ਇਹ ਮੇਰਾ ਮਿੱਤਰ ਹੈ, ਮੇਰਾ ਰਿਸ਼ਤੇਦਾਰ ਹੈ। ਮਾਇਆ ਧਾਰੀ ਹੈ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰਾ। ਜਦੋਂ ਬੰਦੇ ਤੇ ਬਿਪਤਾ ਪੈ ਜਾਂਦੀ ਹੈ ਜੀ, ਲੋਕ ਸਾਥ ਛੱਡ ਕੇ ਭੱਜ ਜਾਂਦੇ ਨੇ, ਫਿਰ ਕੋਈ ਕਿਸੇ ਦੇ ਨੇੜੇ ਨਹੀਂ ਆਉਂਦਾ। ਭਗਤ ਜੀ ਕਹਿੰਦੇ ਲੋਕ ਸਰੀਰ ਦੀ ਜੁੱਤੀ ਲੋਕਾਂ ਨਾਲ ਹੀ ਗੰਢਦੇ, ਸੰਸਾਰ ਨਾਲ ਹੀ ਗੰਢਦੇ ਨੇ। ਜਿੰਨਾ ਜ਼ਿਆਦਾ ਲੋਕਾਂ ਨੇ ਸੰਸਾਰ ਦੇ ਨਾਲ ਸੰਬੰਧ ਜੋੜਿਆ, ਲੋਕ ਉਨੇ ਜ਼ਿਆਦਾ ਦੁਖੀ ਹੋਏ ਨੇ। ਲੋਕ ਗੰਠ ਗੰਠ ਖਰਾ ਬੇਗੂਚਾ, ਬੇਗੂਚਾ ਤੋਂ ਭਾਵ ਖੱਜਲ ਹੋਣਾ, ਲੋਕ ਉਨੇ ਹੀ ਖੱਜਲ ਹੋ ਰਹੇ ਨੇ। ਹਉ ਬਿਨ ਗਾਂਠੇ ਜਾਏ ਪਹੁੰਚਾ, ਮੈਂ ਆਪਣੇ ਸਰੀਰ ਦੀ ਜੁੱਤੀ ਸੰਸਾਰ ਨਾਲ ਗੰਢੇ ਤੋਂ ਬਿਨਾਂ ਹੀ ਰੱਬ ਦੇ ਘਰ ਦੇ ਵਿੱਚ ਪਹੁੰਚ ਗਿਆ ਹਾਂ। ਸਤ ਸੰਗਤ ਜੀ, ਦਾਸ ਨੂੰ ਇੱਕ ਹੁਕਮ ਹੋਇਆ ਸੀਗਾ ਭਾਈ ਸਾਹਿਬ ਵੱਲੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਵੇਂ ਇਸ ਕੌਮ 'ਤੇ ਕਿਰਪਾ ਕੀਤੀ। ਮੈਂ ਕੁਝ ਬਚਨ ਸਾਂਝੇ ਕਰਨਾ ਚਾਹੁੰਦਾ। ਭਗਤ ਰਵਿਦਾਸ ਸਾਹਿਬ ਜੀ ਦਾ ਜੀਵਨ ਬੜਾ ਲੰਬੇਰਾ ਹੈ। ਉਹਨਾਂ ਦੇ 16 ਰਾਗਾਂ ਅੰਦਰ 40 ਸ਼ਬਦ ਨੇ ਭਗਤ ਰਵਿਦਾਸ ਜੀ ਦੇ। ਇੱਕ ਇੱਕ ਸ਼ਬਦ ਵੈਰਾਗਮਈ, ਪ੍ਰੇਮਮਈ, ਜਿਹਦੇ ਵਿੱਚ ਕਹਿੰਦੇ ਨੇ ਮਾਧੋ ਹਮ ਐਸੇ ਤੂੰ ਐਸਾ। ਗੁਰਬਾਣੀ ਕਹਿੰਦੀ ਅਸੀਂ ਇੱਦਾਂ ਦੇ ਹਾਂ ਤੇ ਤੁਸੀਂ ਐਸੇ ਹੋ। ਕਿੱਦਾਂ ਦੇ ਅਸੀਂ? ਹਮ ਪਾਪੀ ਤੁਮ ਪਾਪ ਖੰਡਨ, ਅਸੀਂ ਪਾਪੀ ਤੇ ਤੁਸੀਂ ਪਾਪ ਨਿਵਰਤ ਕਰਨ ਵਾਲੇ ਹੋ। ਉਥੇ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰੰਤਾ, ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ। ਕਹਿੰਦੇ ਵਾਹਿਗੁਰੂ ਤੇਰੇ ਵਿੱਚ ਮੇਰੇ ਵਿੱਚ ਫਰਕ ਤਾਂ ਕੋਈ ਨਹੀਂ, ਇੰਨਾ ਕੀ ਫਰਕ ਹੈ ਜਿਵੇਂ ਸੋਨਾ ਤੇ ਸੋਨੇ ਦੇ ਕੜੇ ਹੋਣ। ਕਣਕ ਸੋਨੇ ਨੂੰ ਕਹਿੰਦੇ ਜੀ, ਕਟਕ ਕੜਿਆਂ ਨੂੰ ਕਹਿੰਦੇ ਨੇ। ਦੂਸਰਾ ਜਲ ਤਰੰਗ ਜੈਸਾ, ਜੈਸੇ ਪਾਣੀ ਤੇ ਪਾਣੀ ਦੀਆਂ ਲਹਿਰਾਂ, ਇੰਨਾ ਕੀ ਫਰਕ ਹੈ ਬਸ। ਕਹਿੰਦੇ ਹੁਣ ਪਾਣੀ ਤੇ ਪਾਣੀ ਦੀਆਂ ਲਹਿਰਾਂ ਅਲੱਗ ਨਹੀਂ ਹੁੰਦੀਆਂ ਜੀ, ਸੋਨਾ ਤੇ ਸੋਨੇ ਦਾ ਕੜਾ ਅਲੱਗ ਨਹੀਂ ਹੁੰਦਾ। ਕਹਿੰਦੇ ਵਾਹਿਗੁਰੂ ਤੇਰੇ ਵਿੱਚ ਤੇ ਮੇਰੇ ਵਿੱਚ ਫਰਕ ਕੋਈ ਨਹੀਂ। ਕਹਿੰਦੇ ਜੇ ਕੋਈ ਆਖੇ ਵੀ ਮਨੁੱਖ ਪਾਪੀ ਹੁੰਦਾ ਹੈ, ਹਮ ਪਾਪੀ ਤੁਮ ਪਾਪ ਖੰਡਨ, ਉਥੇ ਕਹਿੰਦੇ ਨੇ ਕਿ ਵਾਹਿਗੁਰੂ ਜੋ ਨਾ ਹਮ ਪੈ ਪਾਪ ਕਰੰਤਾ ਅਹੇ ਅਨੰਤਾ, ਮੇਰੇ ਅਨੰਤ ਪਾਪ ਨੇ, ਜੇ ਮੈਂ ਪਾਪ ਹੀ ਨਾ ਕਰਦਾ ਤੇ ਤੁਹਾਨੂੰ ਪਤਤ ਪਾਵਨ ਕਿਹਨੇ ਕਹਿਣਾ ਸੀਗਾ। ਜੇ ਮੈਂ ਪਾਪੀ ਹਾਂ ਤੇ ਤਾਂ ਹੀ ਤੁਸੀਂ ਪਤਤ ਪਾਵਨ ਹੋ ਨਾ, ਤਾਂ ਹੀ ਲੋਕ ਤੁਹਾਨੂੰ ਪਤਤ ਪਾਵਨ ਕਹਿੰਦੇ ਨੇ। ਕਹਿੰਦੇ ਹਨ ਦੁਨੀਆ ਦੇ ਵਿੱਚ ਪਰਮਾਤਮਾ ਦੀ ਹਸਤੀ ਨੂੰ ਭਗਤ ਨੇ ਪੈਦਾ ਕੀਤਾ ਹੈ, ਭਗਤ ਨੇ ਪ੍ਰਗਟ ਕੀਤਾ ਹੈ। ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। ਪ੍ਰਭੂ ਤੋਂ ਜਨ ਜਾਣਿਆ ਜਾਂਦਾ, ਜਨ ਤੋਂ ਹੀ ਪਰਮਾਤਮਾ ਜਾਣਿਆ ਜਾਂਦਾ। ਭਗਤ ਹੈ ਨਾ ਤਾਂ ਹੀ ਪਰਮਾਤਮਾ ਦੀ ਹਸਤੀ ਪ੍ਰਗਟ ਹੈ, ਤੇ ਪਰਮਾਤਮਾ ਕਰਕੇ ਭਗਤ ਤੇ ਭਗਤਾਂ ਕਰਕੇ ਰੱਬ ਪ੍ਰਗਟ ਹੈ। ਭਗਤ ਰਵਿਦਾਸ ਸਾਹਿਬ ਜੀ ਦਾ ਜੀਵਨ ਬੜਾ ਆਸ਼ਚਰਜ ਅਲੌਕਿਕ ਹੈ। ਮੈਂ ਕੁਝ ਬੇਨਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੋਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ। ਇੱਕ ਸ਼ਬਦ ਵਰਤਿਆ ਜਾਂਦਾ ਜੀ, ਮਜ਼੍ਹਬੀ ਸਿੱਖ। ਮੈਨੂੰ ਖਿਮਾ ਕਰਿਓ ਜੀ, ਮੈਂ ਸ਼ਬਦ ਵਰਤਿਆ। ਗੁਰੂ ਘਰ ਦੇ ਵਿੱਚ ਮਾਨਸ ਕੀ ਜਾਤ ਸਭ ਏਕੈ ਪਹਿਚਾਨਬੋ, ਪਰ ਇਹਦਾ ਮਤਲਬ ਪਤਾ ਕੀ ਹੈ? ਮਜ਼੍ਹਬ ਕਿਹਨੂੰ ਕਹਿੰਦੇ ਜੀ? ਸਾਰਿਆਂ ਨੂੰ ਪਤਾ ਹੈ। ਮਜ਼੍ਹਬ ਧਰਮ ਨੂੰ ਕਹਿੰਦੇ ਨੇ।
ਮਜ਼ਹਬੀ ਉਹ ਹੁੰਦਾ ਜਿਹੜਾ ਧਰਮ ਦਾ ਪੱਕਾ ਹੋਵੇ, ਉਹਨੂੰ ਮਜ਼ਹਬੀ ਕਹਿੰਦੇ ਨੇ, ਜਿਹੜਾ ਧਰਮ ਦਾ ਪੱਕਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਖੇਡਣ ਵਾਲਾ ਇੱਕ ਬੱਚਾ ਭਾਈ ਜੈਤਾ ਪਟਨੇ ਦੀ ਧਰਤੀ ਤੇ ਰਹਿੰਦੇ ਸਨ। ਗੁਰੂ ਕਲਗੀਧਰ ਜੀ ਨਾਲ ਬਚਪਨ ਵਿੱਚ ਖੇਡਦੇ ਰਹੇ। ਇਹਨਾਂ ਦੇ ਪਿਤਾ ਦਾ ਨਾਮ ਰੱਲਾ ਰੰਗਰੇਟਾ ਸੀ ਤੇ ਇਹ ਪਰਿਵਾਰ ਦਾ ਇੰਨਾ ਪਿਆਰ ਗੁਰੂ ਸਾਹਿਬ ਜੀ ਨਾਲ ਪਿਆ ਕਿ ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਟਨਾ ਸਾਹਿਬ ਤੋਂ ਪੰਜਾਬ ਆਏ, ਭਾਈ ਜੈਤਾ ਜੀ ਉਹਨਾਂ ਦਾ ਸਾਰਾ ਪਰਿਵਾਰ ਗੁਰੂ ਸਾਹਿਬ ਜੀ ਨਾਲ ਅਨੰਦਪੁਰ ਸਾਹਿਬ ਆ ਕੇ ਵਸ ਗਿਆ। ਕਈਆਂ ਜ਼ਿਕਰ ਕੀਤਾ ਜੀ ਵੀ ਇੱਥੋਂ ਦੇ ਰਹਿਣ ਵਾਲੇ ਸਨ। ਕੁਝ ਵਿਦਵਾਨਾਂ ਨੇ ਵੀ ਜ਼ਿਕਰ ਕੀਤਾ। ਯੂਨੀਵਰਸਿਟੀ ਵਿੱਚ ਇੱਕ ਕਿਤਾਬ ਛਪੀ ਸੀਗੀ ਜੀ, ਮਜ਼੍ਹਬੀ ਸਿੱਖਾਂ ਦਾ ਇਤਿਹਾਸ। ਉਹਦੇ ਵਿੱਚ ਪ੍ਰੋਫੈਸਰ ਸਾਹਿਬ ਨੇ ਬਚਨ ਲਿਖਿਆ ਵੀ ਭਾਈ ਝੰਡਾ ਜੀ ਜਿਹੜੇ ਬਾਬਾ ਬੁੱਢਾ ਸਾਹਿਬ ਦੇ ਅੱਗੋਂ ਪੜਪੋਤਰੇ ਸਨ, ਉਹਨਾਂ ਨੇ ਇਸ ਪਰਿਵਾਰ ਨੂੰ ਰਾਮਦਾਸਪੁਰ ਨਗਰ ਦੇ ਵਿੱਚ ਵਸਾਇਆ। ਪਰ ਬਹੁਤਾਤ ਦੇ ਅੰਦਰ ਜ਼ਿਕਰ ਇਹੀ ਆਉਂਦਾ ਵੀ ਭਾਈ ਜੈਤਾ ਜੀ ਬਚਪਨ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਪਟਨਾ ਸਾਹਿਬ ਖੇਡਦੇ ਰਹੇ ਔਰ ਇਹ ਪਰਿਵਾਰ ਉੱਥੋਂ ਹੀ ਆਇਆ ਸੀ ਮਹਾਰਾਜ ਸੱਚੇ ਪਾਤਸ਼ਾਹ ਨਾਲ। ਔਰ ਇਹਨਾਂ ਨੇ ਅਨੰਦਪੁਰ ਸਾਹਿਬ ਵਾਸਾ ਕੀਤਾ। ਔਰ ਭਾਈ ਜੈਤਾ ਜੀ ਨੂੰ ਕਦੋਂ ਪ੍ਰੇਮ ਮਿਲਿਆ ਗੁਰੂ ਘਰ ਦੇ ਵਿੱਚੋਂ? ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਸਤਿਗੁਰੂ ਮਹਾਰਾਜ ਜੀ ਦਾ ਸੀਸ ਲਿਆਉਣ ਦੀ ਡਿਊਟੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਜੈਤਾ ਜੀ ਦੀ ਲਾਉਂਦੇ ਨੇ। ਤੇ ਭਾਈ ਜੈਤਾ ਜੀ ਉੱਥੇ ਤਿਆਰ ਪਰ ਤਿਆਰ ਖਲੋਤੇ ਸਨ। ਜਦੋਂ ਸੀਸ ਉਤਰਿਆ ਨੌਵੇਂ ਪਾਤਸ਼ਾਹ ਦਾ, ਝੋਲੀ ਦੇ ਵਿੱਚ ਸੀਸ ਪਾਇਆ, ਸਾਧ ਸੰਗਤ ਫਟਾਫਟ ਉੱਥੋਂ ਨਿਕਲ ਗਏ। ਭਾਈ ਜੈਤਾ ਜੀ 5 ਪੜਾਅ ਕਰਦੇ ਨੇ, ਰਸਤੇ ਵਿੱਚ ਆਉਂਦੇ ਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਜਦੋਂ ਕੀਰਤਪੁਰ ਸਾਹਿਬ ਪਹੁੰਚੇ ਨਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਸੁਨੇਹਾ ਦਿੱਤਾ ਗਿਆ। ਪਾਤਸ਼ਾਹ ਉੱਥੋਂ ਪਾਲਕੀ ਲੈ ਕੇ ਆਏ ਕੀਰਤਪੁਰ ਸਾਹਿਬ। ਤੇ ਜਦੋਂ ਭਾਈ ਜੈਤਾ ਜੀ ਨੂੰ ਵੇਖਿਆ, ਅੱਖਾਂ ਵਿੱਚੋਂ ਹੰਝੂ ਨਿਕਲ ਰਹੇ ਸਨ। ਮਹਾਰਾਜ ਨੇ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ, ਆਖਿਆ ਰੰਗਰੇਟਾ ਗੁਰੂ ਕਾ ਬੇਟਾ ਪੰਥ ਸੰਗ ਲਪੇਟਾ। ਆ ਤੀਜਾ ਬਚਨ ਤੁਹਾਨੂੰ ਬਹੁਤ ਸੁਣਾਈ ਦੇਗਾ ਇਤਿਹਾਸ ਵਿੱਚੋਂ। ਮਹਾਰਾਜ ਜੀ ਕਹਿੰਦੇ ਤੂੰ ਰੰਗਰੇਟਾ ਗੁਰੂ ਦਾ ਪੁੱਤਰ ਹੈ। ਮਹਾਰਾਜ ਕਲਗੀਧਰ ਜੀ ਨੇ ਇੰਨਾ ਮਾਣ ਬਖਸ਼ਿਸ਼ ਕੀਤਾ। ਸਰਦਾਰ ਰਤਨ ਸਿੰਘ ਭੰਗੂ ਲਿਖਦੇ ਨੇ, ਜਿਨ੍ਹਾਂ ਦੀ ਕੁੱਲ ਦੇ ਵਿੱਚ ਕਦੇ ਸਰਦਾਰੀ ਵੀ ਪੈਦਾ ਨਹੀਂ ਸੀ ਹੋਈ, ਗੁਰੂ ਕਲਗੀਧਰ ਜੀ ਨੇ ਬਚਨ ਆਖਿਆ ਕਿ ਦੇਉ ਇਨ ਗਰੀਬ ਸਿੱਖਨ ਕੋ ਪਾਤਸ਼ਾਹੀ, ਯਾਦ ਕਰਾਂਗੇ ਹਮਰੀ ਗੁਰਿਆਈ। ਮੈਂ ਇਹਨਾਂ ਗਰੀਬ ਸਿੱਖਾਂ ਨੂੰ ਪਾਤਸ਼ਾਹੀਆਂ ਦੇ ਕੇ ਜਾਵਾਂਗਾ। ਇਤਿਹਾਸ ਵਿੱਚ ਜਿੱਥੇ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਏ, ਉਥੇ ਸਰਸਾ ਦੇ ਕੰਢੇ ਇਹਨਾਂ ਸ਼ਹਾਦਤ ਵੀ ਪ੍ਰਾਪਤ ਕੀਤੀ। ਇਸ ਤੋਂ ਬਾਅਦ 2 ਸਿੱਖਾਂ ਦਾ ਜ਼ਿਕਰ ਆਉਂਦਾ ਜੀ, ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ। ਅੱਜ ਇੱਕ ਬੰਦੂਕ ਤੁਹਾਨੂੰ ਦਰਸ਼ਨ ਕਰਨ ਨੂੰ ਮਿਲੇਗੀ ਸ੍ਰੀ ਅਕਾਲ ਤਖਤ ਸਾਹਿਬ। ਇਸ ਬੰਦੂਕ ਦੇ ਨਾਲ ਮਹਾਰਾਜ ਨੇ ਭਾਈ ਡੱਲੇ ਨੂੰ ਪਰਖਿਆ। ਜਦੋਂ ਭਾਈ ਡੱਲਾ ਕਹਿੰਦਾ ਪਾਤਸ਼ਾਹ ਤੁਹਾਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮੈਨੂੰ ਯਾਦ ਕਰ ਲੈਣਾ ਸੀ। ਮਹਾਰਾਜ ਕਹਿੰਦੇ ਡੱਲਿਆ ਇਹ ਤਾਂ ਕਰਦੇ ਪੁਰਖ ਦਾ ਹੁਕਮ ਸੀਗਾ, ਸਾਨੂੰ ਕੋਈ ਅਫਸੋਸ ਨਹੀਂ। ਬਾਰ-ਬਾਰ ਉਹ ਮਹਾਰਾਜ ਨੂੰ ਜਤਾਈ ਜਾਏ, ਮੈਨੂੰ ਬੁਲਾ ਲੈਂਦੇ, ਇੰਨਾ ਤੁਹਾਡਾ ਨੁਕਸਾਨ ਨਾ ਹੁੰਦਾ। ਇੰਨੇ ਨੂੰ ਸਿੱਖ ਨੇ ਬੰਦੂਕ ਭੇਟ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਿਆ ਡੱਲਿਆ, ਆਪਣਾ ਕੋਈ ਯੋਧਾ ਲਿਆ, ਆ ਗੋਲੀ ਪਰਖੀਏ ਬੰਦੂਕ ਦੇ ਵਿੱਚੋਂ, ਬੰਦੂਕ ਚਲਾ ਕੇ ਇੱਕ ਵਾਰ ਪਰਖ ਕੇ ਤਾਂ ਵੇਖੀਏ ਵੀ ਬੰਦੂਕ ਕਿੱਦਾਂ ਦੀ ਹੈ। ਕਹਿੰਦੇ ਡੱਲੇ ਦੇ ਜਿੰਨੇ ਵੀ ਉੱਥੇ ਮੱਲ ਯੋਧੇ ਬੈਠੇ ਸਨ ਸਾਰੇ ਹੀ ਭੱਜ ਗਏ ਪਿੱਛੋਂ, ਕੋਈ ਨਾ ਰਿਹਾ ਤੇ ਕੱਲਾ ਡੱਲਾ ਰਹਿ ਗਿਆ। ਜਦੋਂ ਪਿੱਛੇ ਝਾਤੀ ਮਾਰੀ ਵੇਖਿਆ ਵੀ ਕੋਈ ਵੀ ਨਹੀਂ ਤੇ ਸਿਰ ਨੀਵਾਂ ਕਰਕੇ ਬਹਿ ਗਿਆ। ਸਤਿਗੁਰੂ ਕਲਗੀਧਰ ਜੀ ਜਾਣ ਗਏ ਤੇ ਗੁਰਦੇਵ ਨੇ ਆਖਿਆ ਸਿੰਘ ਨੂੰ ਵੀ ਜਾ ਭਾਈ ਛੇਤੀ ਸਾਹਮਣੇ ਨਾ ਤੰਬੂ ਵਿੱਚ ਪਿਤਾ ਪੁੱਤਰ ਨੇ। ਪਿਤਾ ਪੁੱਤਰ ਕਈਆਂ ਨੇ ਭਰਾ ਦੱਸਿਆ ਪਰ ਇਹ ਪਿਤਾ ਪੁੱਤਰ ਸਨ, ਭਾਈ ਵੀਰ ਸਿੰਘ ਜੀ ਤੇ ਭਾਈ ਧੀਰ ਸਿੰਘ ਜੀ। ਜਾਓ ਇਹਨਾਂ ਦੇ ਪਾਸ ਜਾ ਕੇ ਨਾ ਸੁਨੇਹਾ ਦੇ ਦਿਓ ਕਿ ਅਸੀਂ ਬੰਦੂਕ ਦੀ ਪਰਖ ਕਰਨੀ ਹੈ ਤੇ ਦੋਨੇ ਆ ਜਾਓ। ਸਿੰਘ ਨੇ ਜਾ ਕੇ ਆਵਾਜ਼ ਮਾਰੀ, ਮਹਾਰਾਜ ਯਾਦ ਕਰਦੇ ਬੰਦੂਕ ਦੀ ਪਰਖ ਕਰਨੀ ਆ। ਦੋਨੇ ਹੀ ਦੌੜ ਪਏ। ਇੱਕ ਨੇ ਦਮਾਲਾ ਸਜਾ ਲਿਆ ਸੀ, ਇੱਕ ਅਜੇ ਸਜਾਉਂਦਾ ਹੀ ਸੀਗਾ। ਕਹਿੰਦੇ ਬਸ ਖਬਰ ਸੁਣਦੇ ਹੀ ਦੌੜ ਪਏ, ਜਿਵੇਂ ਬੰਦੂਕ ਵਿੱਚੋਂ ਗੋਲੀ ਨਿਕਲਦੀ ਇੱਦਾਂ ਭੱਜੇ।
आके सामने खलो गए। भाई वीर सिंह कहते महाराज मेरे ते गोली चलाओ। पुत्र आखदा महाराज मेरे ते गोली चलाओ। पिता कहन लगा मैं वड्डा आ, मेरा हक पहला बनता। पुत्र कहता मेरा हक पहला बनता क्योंकि आवाज़ मैं पहला सुनी है। महाराज कलगीधर जी कहते कोई नहीं भाई दोने खलो जाओ, आपां दोनों के उत्ते गोली चला के परख लेने। सतगुरु कलगीधर जी ने गोली विच सिक्का पा के ना पहला गज ठोक के बरूद भर के ते फिर गोली चलाते सन। करके बंदूक तैयार गुरु कलगीधर जी ने जदों बंदूक चलाई तो गोली सिर के उपरों की कढ़ दी दोहां जाणियां दे। पातशाह आखण लगे डलिया इदां दे सिंह होंदे ने, मैनू इदां दे सिंघां दी लोड़ सी चमकौर दी गढ़ी दे विच। पातशाह कहंदे तूं बार बार आखी जांदा सी आ वेख तेरे कित्थे गए 500 सिपाही, कित्थे गए तेरे मल। चल वो तो भज गए, तू सिख सीगा तू खलो जांदा, तू तो सिख सी ना, तू खड़ जांदा आके। एक बारी खड़दा तां सी साडे सामने पर तू भी नहीं खड़िया। महाराज कहते मेरे इहो जे ਸਿੰਘਾਂ ने उत्थे शहादतां दित्तियां, मैनू तेरे जिहां दी लोड़ नहीं सी। एक गुरसिख होए जी भाई वीर सिंह भाई धीर सिंह जी तो बाद भाई गरजा सिंह भाई बोता सिंह। साध संगत जी जदों ये सिंह जा रहे सन उन्हां समियां विच बस्तर नहीं सन मिलते। भाई रतन सिंह भंगू जी भाई महताब सिंह दे पोते होए जिन्हां मस्से दा सिर वड्ढिया सीगा। वो लिखते जदों दोने जाने जा रहे सन बस्तर शरीर उपर नहीं सीगे उन्हां दे, ते शरीर बड़े कमज़ोर जे उन्हां दे। जदों उथों छुप के लंघ रहे सन ते उत्थे किसी ने ताना मारिया, कहते सिंह लगदे वेखण नूं। दूजा आखदा सिंह तां कोई है ही नहीं, ये डराकल जे सिंह थोड़ा ने, सिंह तां डरदे नहीं किसी कोलों। इन्नी गल खा गई अंदरों। दोने जाने आके बाहर खलो गए नूर दी सरां दे कोल, जिहड़ा रस्ता जांदा सी ना शाही रस्ते ते खलो गए। उथे टैक्स ला दिता, नाले चिट्ठी लिख दित्ती। खान भाबो शब्द वरतिया उन्होंने, इन्हां भैण सी जकरिया खान दी, इन्हें बड़े सिंह शहीद कराए। फरजुल्ला खान दे नाल विआही हुई सी, इन्ने सिंह इन्ने शहीद कराए। जिवें जकरिया खान वैरी पिया सी ना सिंघां दे, उहदी भैण भी सिंघां दे वैरी पई सी। जदों चिट्ठी लिखी उन्होंने फौजां चाढ़ दित्तियां उसे वक्त ही। ते भाई गरजा सिंह ते बोता सिंह दोनों कोल सोटे सन, पिठ नाल पिठ जोड़ के ते दोनों जाणियां ने उत्थे जंग कीता ते शहादत दा जाम पी गए। कहते हम राखद पातशाही दावा, असी पातशाही दावा रखते हैं। तुसीं ये ना सोचो सिंह डरदे ने ते ये भी ना सोचो सिंह मरे ने, कहते इत्थे जिउंदे ते जागदे ने। भाई गरजा सिंह बोता सिंह की शहादत हुई। एक सिंह सन भाई नबाहू सिंह, वेखो किवें महाराज दीयां बख्शिशां इन्हां परिवारां ने लईआं। जदों खालसा पंथ गुरुद्वारा रोड़ी साहब गया ना, इत्थे गुरु नानक साहब महाराज जी का प्रकाश पुरब मनाउणा सीगा। जिहड़ा एमनाबाद का स्थान है जी, जिथे गुरु नानक साहब जी रहे, बाबर आया, इत्थे गुरुद्वारा रोड़ी साहब है। तो खालसा पंथ इत्थे चला गया। इत्थे जसपत राय सी लखपत का भरा, लखपत जिहने छोटा घल्लू घारा कराया। शहीद भाई मनी सिंह जी नूं शहीद करन विच इहदा हत्थ सीगा लखपत राय दा। ते जदों सिंह इत्थे पहुँचे तो सिंघां ने ना चिट्ठी लिखी जसपत राय नूं, आखदे ने भी असीं गुरपुरब मनाउणा है ते असीं तेरे शहर दे विचों कुछ रस्तां खरीदणियां ने, लंगर तैयार करना है ते सानूं इन्नी आग्या दे दे भी असीं लंगर अपने पैसिਆਂ ਦਾ खरीद लवांगे, लंगर तैयार करके गुरपुरब मना के चले जावांगे। इन्हें पता की आख्या, कहंदा रस्ता तां दूर दी गल है, रस्त खरीदणी तां मैं तुहाडे केस मुन के ते उन्हां केसां दे रस्से बना के ते घोड़ियां दे गल विच पावांगा। ते भुल गए जिहड़ा तुहाडा प्यारा भाई मनी सिंह सी उहनूं मेरे भरा ने शहीद कराया ते तुहाडा हाल भी उही करांगा। इतिहासकार भाई रतन सिंह जी कहते जदों इन्नी गल सुनी ना, भाई मनी सिंह का नाम सुनिया जिन्हां दा बंद कट्टिया गया ते खून खोल उठिया सिंघां दा।
ਸਿੰਘ ਜੰਗ ਕਰਨ ਵਾਸਤੇ ਤਿਆਰ ਹੋ ਗਏ। ਜਦੋਂ ਜਸਪਤ ਰਾਏ ਚੜ੍ਹ ਕੇ ਆਇਆ ਨਾ ਫੌਜਾਂ ਲੈ ਕੇ, ਤੇ ਭਾਈ ਨਿਬਾਹੂ ਸਿੰਘ ਕਹਿੰਦੇ ਹਾਥੀ ਦੇ ਪਿਛਲੇ ਪਾਸਿਓਂ ਦੀ ਹਾਥੀ ਉੱਪਰ ਜਾ ਚੜ੍ਹੇ ਤੇ ਮਾਰ ਕੇ ਤੇਗ ਭਾਈ ਨਿਬਾਹੂ ਸਿੰਘ ਨੇ ਜਸਪਤ ਰਾਏ ਦਾ ਸਿਰ ਲਾ ਲਿਆ ਤੇ ਫੌਜਾਂ ਭਜਾ ਦਿੱਤੀਆਂ। ਮਹਾਰਾਜ ਕਲਗੀਧਰ ਜੀ ਦੇ ਘਰ ਵਿੱਚੋਂ, ਦਰਬਾਰ ਵਿੱਚੋਂ ਬੜਾ ਮਾਣ ਤੇ ਸਤਿਕਾਰ ਇਹਨਾਂ ਪਰਿਵਾਰਾਂ ਨੂੰ ਮਿਲਿਆ। ਬੜੀਆਂ ਰਹਿਮਤਾਂ ਗੁਰੂ ਸਾਹਿਬ ਜੀ ਨੇ ਦਿੱਤੀਆਂ। ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਸਤਿਕਾਰਿਆ। ਔਰ ਗੁਰਮੁਖੋ ਅੱਜ ਭਗਤ ਰਵਿਦਾਸ ਸਾਹਿਬ ਜੀ ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਔਰ ਹਾਂਜੀ, ਤੋ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਬਾਣੀ ਪੜ੍ਹ ਕੇ ਤੇ ਬਾਣੀ ਦਾ ਜਿਹੜਾ ਸਿਧਾਂਤ ਹੈ ਉਸ ਸਿਧਾਂਤ ਨਾਲ ਜੁੜਨਾ ਚਾਹੀਦਾ ਹੈ। ਔਰ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ, ਹਰ ਇੱਕ ਸਿੱਖ ਨੂੰ ਰੋਜ਼ ਜਿੱਥੇ ਗੁਰਬਾਣੀ ਦਾ ਅਭਿਆਸ ਕਰਦੇ ਹਾਂ ਉੱਥੇ ਵਾਹਿਗੁਰੂ ਸ਼ਬਦ ਦਾ ਅਭਿਆਸ ਜ਼ਰੂਰ ਕਰਿਆ ਕਰੋ। ਸਾਡੇ ਵਾਸਤੇ ਇਹੀ ਮੁੱਖ ਮੰਤਰ ਹੈ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ। ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਨੇ, ਕਹਿੰਦੇ ਵੇਖੋ ਜੀਵਨ ਵਿੱਚ ਆਪਾਂ ਪੈਸਾ ਹੌਲੀ ਹੌਲੀ ਕਰਕੇ ਜੋੜਦੇ ਰਹਿੰਦੇ ਹਾਂ। ਇੱਕ ਦਿਨ ਉਹ ਪੈਸਾ ਇਕੱਠਾ ਹੁੰਦਾ ਹੁੰਦਾ ਬਹੁਤ ਕੁਝ ਬਣ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਰੋਜ਼ ਨਾ 5 ਮਿੰਟ ਬਹਿ ਕੇ ਵਾਹਿਗੁਰੂ 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 ਦੀ ਧੁਨੀ ਜ਼ਰੂਰ ਲਾਇਆ ਕਰੋ। 10 ਮਿੰਟ ਬਹਿ ਸਕਦੇ ਹੋ 10 ਮਿੰਟ ਬਹਿ ਜਾਇਆ ਕਰੋ। ਜਿੰਨਾ ਕੁ ਤੁਹਾਡੇ ਕੋਲ ਸਮਾਂ ਜਾਂ ਜਿੰਨੀ ਕੁ ਸਮਰੱਥਾ ਹੈ ਨਾ, ਇੰਨਾ ਕੁ ਸਿਮਰਨ ਵਾਹਿਗੁਰੂ ਵਾਹਿਗੁਰੂ ਦਾ ਜ਼ਰੂਰ ਕਰਿਆ ਕਰੋ। ਕਹਿੰਦੇ ਜਿਸ ਦਿਨ ਦੁਨੀਆ ਤੋਂ ਜਾਵਾਂਗੇ ਇੱਕ ਬਹੁਤ ਵੱਡੀ ਦਾਤ ਲੈ ਕੇ ਇਸ ਸੰਸਾਰ ਤੋਂ ਅਸੀਂ ਜਾਵਾਂਗੇ। ਸਾਡੇ ਕੋਲ ਵੀ ਉਹ ਨਾਮ ਦਾ ਖਜ਼ਾਨਾ ਹੋਵੇਗਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਕਹਿਣਗੇ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਇਹ ਲਾਹਾ ਤਾਂ ਹੀ ਲੈ ਕੇ ਜਾਵਾਂਗੇ ਨਾ ਜੇ ਰੋਜ਼ ਚੌਂਕੜਾ ਮਾਰ ਕੇ ਵਾਹਿਗੁਰੂ 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 ਦਾ ਅਭਿਆਸ ਕਰਾਂਗੇ। ਤੋ ਭਗਤ ਰਵਿਦਾਸ ਸਾਹਿਬ ਜੀ ਨੇ ਨਾਮ ਜਪਿਆ ਤੇ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਇਹ ਸੇਧ ਲੈਣੀ ਚਾਹੀਦੀ ਨਾਮ ਜਪਣ ਦੀ। ਸਤਿਗੁਰੂ ਜੀ ਸਾਡੇ ਸਾਰਿਆਂ ਤੇ ਰਹਿਮਤ ਕਰਨ। ਗੁਰੂ ਕਾ ਉਪਦੇਸ਼, ਗੁਰੂ ਕੀ ਬਾਣੀ, ਨਾਮ ਦੀ ਦਾਤ ਮਹਾਰਾਜ ਸਾਡੀ ਝੋਲੀ ਵਿੱਚ ਪਾ ਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਆਪ ਰੱਬ ਵਰਗੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ। ਗੁਰੂ ਘਰ ਦੀ ਜਿਤਨੀ ਵੀ ਪ੍ਰਬੰਧਕ ਕਮੇਟੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸੇਵਾ ਦਾ ਆਪ ਜੀ ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਸੁਭਾਗ ਬਖਸ਼ਿਸ਼ ਕੀਤਾ ਹੈ। ਆਪ ਸਰਬੱਤ ਸੰਗਤਾਂ ਨੂੰ ਭਗਤ ਰਵਿਦਾਸ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਗੁਰੂ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ